ਜਿਵੇਂ ਤੁਸੀਂ ਪੂਰੀ ਬੇਬਾਕੀ ਨਾਲ ਬਤੌਰ ਜੱਜ ਹਾਈ ਕੋਰਟ ਬੈਠ ਕੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਇਨਜਸਟਿਸ ਹੋ ਰਿਹਾ ਤੇ ਕਲਮ ਚਲਾ ਦਿੰਦੇ ਸੀ, ਇੱਥੇ ਕਿਤੇ ਘੁੱਟਣ ਮਹਿਸੂਸ ਨਹੀਂ ਹੁੰਦੀ ਬਤੌਰ ਲੋਕਪਾਲ ਵੀ ਯਾਰ ਦਿਸ ਰਿਹਾ ਮੈਨੂੰ ਪਰ ਮੈਂ ਪੈਨ ਨਹੀਂ ਚਲਾ ਸਕਦਾ? ਤੁਹਾਡੇ ਤੇ ਪੰਜਾਬ ਦੇ ਲੋਕਾਂ ਦੀ ਅੱਖ ਹੈ ਵੀ ਇੱਕ ਸ਼ਖਸ ਪੰਜਾਬ ਸਕੱਤਰੇਤ ਬੈਠਾ ਲੋਕਪਾਲ, ਬੜਾ ਵੱਡਾ ਨਾਂ ਹੈ, ਪੰਜਾਬ ਦੇ ਲੋਕ ਬਹੁਤ ਵੱਡੀ ਸ਼ਖਸੀਅਤ ਸਮਝਦੇ ਨੇ। ਕੀ ਹਾਲ ਹੈ ਪੰਜਾਬ ਦਾ ਕਰਪਸ਼ਨ ਬਾਰੇ? ਲੋਕਪਾਲ ਬਣਿਆ ਇਸ ਕਰਕੇ ਹੈ ਕਿ ਕਰਪਸ਼ਨ ਖਤਮ ਕੀਤੀ ਜਾਵੇ। ਕਰਪਸ਼ਨ ਖਤਮ ਕਰਨਾ ਇੱਕ ਬੰਦੇ ਦਾ ਕੰਮ ਹੈ ਨਹੀਂ। ਕਰਪਸ਼ਨ ਤਾਂ ਪੰਜਾਬ 'ਚ ਹੈ, ਇਹ ਮੰਨਦੇ ਜੋ ਤੁਸੀਂ? ਇਹ ਮੰਨਦਾ ਹੈ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ। ਹੁਣ ਤੱਕ ਕਰਪਸ਼ਨ ਦੇ ਕਿੰਨੇ ਕੁ ਕੇਸ ਆਏ ਤੇ ਕਿੰਨੇ ਕੁ ਵਿਰੁੱਧ ਤੁਸੀਂ ਕਾਰਵਾਈ ਕੀਤੀ? ਹੁਣ ਤੱਕ ਤੇ ਸਾਡੇ ਕੋਲ ਕੋਈ 600-700 ਕੇਸ ਆ ਚੁੱਕੇ ਹੈ, ਕੰਪਲੇਂਟਾਂ ਆ ਚੁੱਕੀਆਂ। ਜਿਹੜੀ ਸਰਕਾਰ ਜਸਟਿਸ ਵਿਨੋਦ ਸ਼ਰਮਾ ਜੀ ਨੂੰ ਲੋਕਪਾਲ ਨਿਯੁਕਤ ਕਰਦੀ ਹੈ, ਜਦੋਂ ਉਸ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਵਿਰੁੱਧ ਕਾਰਵਾਈ ਕਰਨਗੇ ਸ਼ਰਮਾ ਜੀ, ਤੇ ਕਿਤੇ ਨਾ ਕਿਤੇ ਦਬਾਅ ਤੇ ਹੁੰਦਾ ਹੀ ਹੋਊਗਾ। ਜਿਹੜੀ ਪਾਵਰ ਹੈ ਤੁਹਾਨੂੰ ਦਿੱਤੀ ਓਨੀ ਕੀ ਯੂਜ਼ ਕਰਨੀ ਚਾਹੀਦੀ, ਉਹਦੇ ਤੋਂ ਬਾਹਰ ਨਿਕਲਣਾ ਤਾਂ ਤੁਹਾਡੇ ਲਈ ਵੀ ਠੀਕ ਨਹੀਂ ਹੈ, ਈਵਨ ਜੱਜ ਲਈ ਵੀ ਠੀਕ ਨਹੀਂ ਹੈ। ਪੁਲਿਸ ਦੀਆਂ ਕੰਪਲੇਂਟਾਂ ਨਹੀਂ ਤੁਸੀਂ ਅਟੈਂਡ ਕਰ ਸਕਦੇ? ਉਹ ਨਹੀਂ ਕਰ ਸਕਦੇ। ਉਸ ਕਰਕੇ ਕਈ ਕੰਪਲੇਂਟਾਂ ਸਾਨੂੰ ਇਸ ਕਰਕੇ ਖਾਰਿਜ ਕਰਨੀਆਂ ਪੈਂਦੀਆਂ ਕਿਉਂਕਿ ਉਹ ਪੁਲਿਸ ਦੇ ਖਿਲਾਫ ਹੁੰਦੀਆਂ। ਪੁਲਿਸ 'ਚ ਤਾਂ ਸਭ ਤੋਂ ਵੱਧ ਕਰਪਸ਼ਨ ਹੈ, ਫਿਰ ਫਾਇਦਾ ਕੀ ਲੋਕਪਾਲ ਦਾ? ਦੋਸਤੋ, ਆਪਾਂ ਕਈ ਮਹੀਨਿਆਂ ਤੋਂ ਚੋਣਾਂ ਦੀਆਂ ਗੱਲਾਂ ਕਰ ਰਹੇ ਹਾਂ, ਸਿਆਸੀ ਨੇਤਾਵਾਂ ਦੀਆਂ ਗੱਲਾਂ ਕਰ ਰਹੇ ਹਾਂ। ਮੈਨੂੰ ਲੱਗਦਾ ਜਿਵੇਂ ਅਸੀਂ ਅੱਕ ਜੇ ਗਏ, ਤੁਸੀਂ ਵੀ ਅੱਕ ਗਏ ਹੋਗੇ। 10 ਮਾਰਚ ਨੂੰ ਦੇਖਾਂਗੇ ਕਿਹਦੀ ਸਰਕਾਰ ਬਣਦੀ ਹੈ। ਪਰ ਇੱਕ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਸਾਰੇ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਦੁਖੀ ਨੇ। ਪੰਜਾਬ ਕਰਪਸ਼ਨ ਤੋਂ ਕਦੋਂ ਮੁਕਤ ਹੋਊਗਾ? ਔਰ ਇਹਦੇ ਸੰਬੰਧ ਵਿੱਚ ਹੀ ਪੰਜਾਬ ਦੀ ਸਭ ਤੋਂ ਅਹਿਮ ਸ਼ਖਸੀਅਤ ਜਿਹੜੀ ਕਰਪਸ਼ਨ ਉੱਪਰ ਕਾਂ ਅੱਖ ਰੱਖਦੀ 24 ਘੰਟੇ, ਮੇਰਾ ਭਾਵ ਪੰਜਾਬ ਦੇ ਲੋਕਪਾਲ ਸਾਬਕਾ ਜੱਜ ਵਿਨੋਦ ਕੁਮਾਰ ਸ਼ਰਮਾ ਜੀ, ਉਹਨਾਂ ਨਾਲ ਗੱਲ ਕਰਾਂਗੇ ਵੀ ਲੋਕਪਾਲ 'ਚ ਕਿੰਨੀਆਂ ਕੁ ਸ਼ਿਕਾਇਤਾਂ ਆਈਆਂ ਨੇ, ਉਹ ਤੁਹਾਡੀ ਨਜ਼ਰ 'ਚ ਪੰਜਾਬ ਕਿੰਨਾ ਕੁ ਕਰਪਸ਼ਨ 'ਚ ਧੱਸਿਆ। ਪਹਿਲਾਂ ਤਾਂ ਸ਼ਰਮਾ ਜੀ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ 'ਤੇ ਆਏ ਤੁਸੀਂ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰਾ ਸਤਿ ਸ੍ਰੀ ਅਕਾਲ। ਸ਼ਰਮਾ ਜੀ, ਥੋੜ੍ਹੀਆਂ ਖੁੱਲ੍ਹੀਆਂ ਗੱਲਾਂ ਕਰਾਂਗੇ ਕਿਉਂਕਿ ਤੁਹਾਡੇ ਤੇ ਪੰਜਾਬ ਦੇ ਲੋਕਾਂ ਦੀ ਅੱਖ ਹੈ ਵੀ ਇੱਕ ਸ਼ਖਸ ਪੰਜਾਬ ਸਕੱਤਰੇਤ ਬੈਠਾ ਲੋਕਪਾਲ, ਬੜਾ ਵੱਡਾ ਨਾਂ ਹੈ, ਪੰਜਾਬ ਦੇ ਲੋਕ ਬਹੁਤ ਵੱਡੀ ਸ਼ਖਸੀਅਤ ਸਮਝਦੇ ਨੇ। ਕੀ ਹਾਲ ਹੈ ਪੰਜਾਬ ਦਾ ਕਰਪਸ਼ਨ ਬਾਰੇ? ਦੇਖੋ ਜੀ, ਕਰਪਸ਼ਨ ਤਾਂ ਪੰਜਾਬ 'ਚ ਹੈ, ਇਹ ਮੰਨਦੇ ਜੋ ਤੁਸੀਂ? ਇਹ ਮੰਨਦਾ ਹੈ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ। ਕਿਉਂਕਿ ਇਹ ਤਾਂ ਮੇਰਾ ਖਿਆਲ ਹੈ ਜੱਗ ਜਾ ਰਿਹਾ ਹੁਣ ਕਿ ਕਰਪਸ਼ਨ ਤਾਂ ਹੈ। ਤੇ ਲੋਕਪਾਲ ਉਹਦੀ ਇਨਕੁਆਇਰੀ ਵੀ ਕਰ ਸਕਦਾ, ਉਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਜਿਹੜੀ ਵਿੱਚ ਅੜਚਨ ਹੈ ਥੋੜ੍ਹੀ ਜਿਹੀ, ਉਹ ਇਹ ਹੈ ਕਿ ਜਿਹੜਾ ਲੋਕਪਾਲ ਹੈ ਅਹੁਦਾ, ਇਹ ਇੱਕ ਐਕਟ ਰਾਹੀਂ ਦਿੱਤਾ ਗਿਆ ਹੈ। ਠੀਕ ਹੈ। ਤੇ ਜਿਹੜਾ ਲੋਕਪਾਲ ਹੈ ਉਹ ਐਕਟ ਤੋਂ ਬਾਹਰ ਨਹੀਂ ਜਾ ਸਕਦਾ। ਤੇ ਇਸ ਕਰਕੇ ਜਿਹੜੀਆਂ ਕਰਪਸ਼ਨ ਦੀਆਂ ਕੰਪਲੇਂਟਾਂ ਪਬਲਿਕ ਮੈਨ ਦੇ ਖਿਲਾਫ ਆਉਂਦੀਆਂ, ਉਹਨਾਂ ਦੇ ਬਾਰੇ ਪੂਰੀ ਇਨਕੁਆਇਰੀ ਕੀਤੀ ਜਾ ਸਕਦੀ ਹੈ। ਇਹਨੂੰ ਇੱਦਾਂ ਨਹੀਂ ਕਹਿ ਸਕਦੇ ਵੀ ਲੋਕਪਾਲ ਨੂੰ ਇੱਕ ਐਕਟ ਵਿੱਚ ਇਸ ਢੰਗ ਨਾਲ ਜਕੜ ਦਿੱਤਾ ਜਿਵੇਂ ਆਮ ਦੰਦ ਕਥਾ ਹੈ ਵੀ ਲੋਕਪਾਲ ਤੇ ਸਰਕਾਰਾਂ ਦੀ ਰਬੜ ਦੀ ਮੋਹਰ ਹੀ ਹੁੰਦੇ ਆ। ਨਹੀਂ, ਉਹਨਾਂ ਨੇ ਸਰਕਾਰ ਦੀ ਮੋੜ ਨਹੀਂ ਬਣਾਇਆ ਇਹਨੂੰ, ਉਸ ਹਿਸਾਬ ਨਾਲ ਨਹੀਂ ਜਕੜਿਆ। ਹਰ ਐਕਟ ਵਿੱਚ ਹੁੰਦੀਆਂ ਰੈਗੂਲੇਸ਼ਨ ਹੁੰਦੀਆਂ, ਕੰਟਰੋਲ ਹੁੰਦੇ ਆ। ਕਿਸੇ ਐਕਟ 'ਚ ਵੀ ਕੋਈ ਵੀ ਐਕਟ, ਕੋਈ ਵੀ ਅਥਾਰਟੀ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਛੱਡ ਕੇ ਜੀ ਇੰਨੀ ਪਾਵਰ ਨਹੀਂ ਹੁੰਦੀ ਕਿ ਕੁਛ ਵੀ ਕਰ ਲੈਣ। ਹਾਈ ਕੋਰਟ ਜਿਹੜਾ ਅੰਡਰ ਆਰਟੀਕਲ 226 ਉਹਨਾਂ ਨੂੰ ਪਾਵਰ ਦਿੱਤੀ ਗਈ ਹੈ ਕਿ ਉਹ ਕਿਸੇ ਕੰਮ 'ਚ ਵੀ ਇੰਟਰਫੀਅਰ ਕਰ ਸਕਣ। ਵੈਸੇ ਕਾਨੂੰਨ ਅਲਾਓ ਕਰਦਾ
ਕਿ ਨਹੀਂ ਕਰਦਾ, ਜੇ ਨਹੀਂ ਕਰਦਾ ਤਾਂ ਇਕੁਇਟੀ 'ਤੇ ਕਰ ਸਕਦੇ ਆ, ਇਨਜਸਟਿਸ ਹੋਵੇ ਤਾਂ ਕਰ ਸਕਦੇ ਆ, ਉਹਨਾਂ 'ਤੇ ਰੋਕ ਕੋਈ ਨਹੀਂ। ਉੱਦਾਂ ਹੀ ਸੁਪਰੀਮ ਕੋਰਟ ਆਰਟੀਕਲ 32 ਥੱਲੇ ਕਿਸੇ ਚੀਜ਼ ਨੂੰ ਆਪਣੇ ਕੋਗਨੀਜੈਂਸ 'ਚ ਲੈ ਸਕਦਾ ਤੇ ਐਕਸ਼ਨ ਲੈ ਸਕਦਾ। ਬਾਕੀ ਜਿੰਨੀਆਂ ਵੀ ਅਥਾਰਟੀਆਂ, ਲੋਕਪਾਲ ਨੂੰ ਛੱਡੋ, ਜਿਹੜਾ ਵੀ ਬੰਦਾ ਹੈਗਾ, ਈਵਨ ਚੀਫ ਮਿਨਿਸਟਰ ਲੈ ਲਓ, ਉਹ ਸਾਰੇ ਰੂਲਸ ਤੇ ਰੈਗੂਲੇਸ਼ਨ ਐਕਟ ਨਾਲ ਬਾਉਂਡ ਹੈ। ਇਸੇ ਤਰ੍ਹਾਂ ਲੋਕਪਾਲ ਵੀ ਬਾਉਂਡ ਹੈ। ਨਹੀਂ, ਫਿਰ ਜਦੋਂ ਬਾਉਂਡ ਹੋ ਗਿਆ, ਇੱਦਾਂ ਦੇ ਰੂਲਾਂ ਨਾਲ ਬਾਉਂਡ ਹੋ ਗਿਆ, ਆਪਾਂ ਇੱਥੋਂ ਹੀ ਗੱਲ ਕਰ ਲੈਂਦੇ ਹਾਂ। ਮੇਰਾ ਖਿਆਲ 2.25 ਸਾਲ ਹੋ ਗਏ ਤੁਹਾਨੂੰ ਇਸ ਵੱਡੀ ਚੇਅਰ ਤੇ ਬੈਠਿਆ। ਹੁਣ ਤੱਕ ਕਰਪਸ਼ਨ ਤੇ ਕਿੰਨੇ ਕੁ ਕੇਸ ਆਏ ਤੇ ਕਿੰਨੇ ਕੁ ਵਿਰੁੱਧ ਤੁਸੀਂ ਕਾਰਵਾਈ ਕੀਤੀ? ਇੱਦਾਂ ਆ, ਹੁਣ ਤੱਕ ਤੇ ਸਾਡੇ ਕੋਲ ਕੋਈ 600-700 ਕੇਸ ਆ ਚੁੱਕੇ ਆ, ਕੰਪਲੇਂਟਾਂ ਆ ਚੁੱਕੀਆਂ ਜੀ। ਉਹਨਾਂ ਵਿੱਚੋਂ ਅਬਾਊਟ 450-500 ਦਾ ਨਿਪਟਾਰਾ ਹੋ ਚੁੱਕਾ। ਕੀ ਨਿਪਟਾਰਾ ਹੋਇਆ ਜੀ ਉਹਨਾਂ ਦਾ? ਉਹਨਾਂ ਦਾ ਨਿਪਟਾਰਾ, ਕਈ ਤਾਂ ਕੰਪਲੇਂਟਾਂ ਜਿਹੜੀਆਂ ਫਾਲਤੂ ਸੀਗੀਆਂ, ਬਿਨਾਂ ਮਤਲਬ ਬੇਆਧਾਰ ਸੀਗੀਆਂ ਜੀ, ਉਹਨਾਂ ਨੂੰ ਤਾਂ ਖਾਰਿਜ ਕਰ ਦਿੱਤਾ। ਸਰ ਉਹ ਕਿਵੇਂ ਤੁਸੀਂ ਐਨਾਲਿਸਿਸ ਕਰਦੇ ਜੇ ਵੀ ਇਹ ਗਲਤ ਨੇ? ਐਨਾਲਿਸਿਸ ਐਂ ਕਰਦੇ ਆ ਕਿ ਜਿੱਦਾਂ ਤੁਸੀਂ ਇੱਕ ਮਿਨਿਸਟਰ ਦੇ ਖਿਲਾਫ ਐਲੀਗੇਸ਼ਨ ਲਾਤੇ ਜੀ, ਅਸੀਂ ਉਹ ਮਿਨਿਸਟਰ ਨੂੰ ਬੁਲਾ ਲਿਆ, ਉਹਨੇ ਜਵਾਬ ਦੇਣਾ ਹੀ ਹੈ ਕਿ ਗਲਤ ਗੱਲ ਹੈ। ਫਿਰ ਅਸੀਂ ਪੁੱਛਦੇ ਉਹਨੂੰ, ਜਿਹੜਾ ਕੰਪਲੇਨੈਂਟ ਆ, ਬਈ ਤੂੰ ਇਹਦੇ ਸਬੂਤ 'ਚ ਕੁਛ ਦੇ, ਤੂੰ ਸਿਰਫ ਸਾਨੂੰ ਦੱਸ ਦੇ। ਉਹ ਪਾਵਰ ਸਾਡੇ ਕੋਲ ਹੈਗੀ ਹੈ ਕਿ ਅਸੀਂ ਕਿਸੇ ਨੂੰ ਵੀ ਬੁਲਾ ਸਕਦੇ। ਉੱਥੇ ਪਾਵਰ ਤੇ ਕੋਈ ਰਿਸਟ੍ਰਿਕਸ਼ਨ ਨਹੀਂ। ਵੀ ਸਬੂਤ ਕਿਹੜੇ ਦਫ਼ਤਰ ਪਏ, ਕਿਹੜੇ ਦਫ਼ਤਰ ਪਏ ਆ, ਉਹ 'ਚ ਭਾਵੇਂ ਕੋਈ ਪਬਲਿਕ ਸਰਵੈਂਟ ਹੋਵੇ, IAS ਅਫਸਰ ਹੋਵੇ, IPS ਅਫਸਰ ਹੋਵੇ, ਮਿਨਿਸਟਰ ਹੋਵੇ, ਜਿਹਨੂੰ ਮਰਜ਼ੀ ਅਸੀਂ ਬੁਲਾ ਸਕਦੇ ਹਾਂ ਤੇ ਕਹਿ ਸਕਦੇ ਉਹ ਰਿਕਾਰਡ ਸਾਨੂੰ ਪੇਸ਼ ਕਰੋ। ਉਹਦੇ ਕੁਝ ਹੁੰਦਾ ਹੀ ਵਿੱਚ ਕੁਝ ਨਹੀਂ ਹੈ। ਬਾਅਦ 'ਚ ਪਤਾ ਲੱਗਦਾ ਦੋ ਬੰਦੇ ਕਿ ਇਹਨਾਂ ਦਾ ਆਪਸੀ ਪੋਲੀਟੀਕਲ ਦੁਸ਼ਮਣੀਆਂ ਤਾਂ ਕਰਕੇ ਕਰ ਦਿੱਤਾ, ਉਹਨੂੰ ਫਿਰ ਖਤਮ ਕਰਨਾ ਪੈਂਦਾ। ਸਰ ਇਹਦੇ ਨਾਲ ਹੀ ਮੈਂ ਜੋੜਦਾ, ਇਹੋ ਜਿਹੀਆਂ ਸ਼ਿਕਾਇਤਾਂ 'ਚ ਤੁਸੀਂ ਕਿਸੇ MLA ਮੰਤਰੀ ਨੂੰ ਬੁਲਾਇਆ ਹੁਣ ਤੱਕ ਆਪਣੇ ਕੋਲ? ਬਹੁਤ ਕਾਫੀਆਂ ਨੂੰ ਬੁਲਾਇਆ ਅਸੀਂ, ਉਹ ਕਿਉਂਕਿ ਐਕਟ ਦੇ ਮੁਤਾਬਿਕ ਅਸੀਂ ਨਾਂ ਨਹੀਂ ਲੈ ਸਕਦੇ ਜੀ, ਪਰੰਤੂ ਬੁਲਾਇਆ। ਹੁਣ ਇਸ ਵੇਲੇ ਘੱਟੋ ਘੱਟ ਨਹੀਂ ਤਾਂ 14-15 ਕੰਪਲੇਂਟਾਂ ਇੱਦਾਂ ਦੀਆਂ ਹੈ ਜਿਹੜੀਆਂ ਅਸੀਂ, ਜਿਹੜਾ DGP ਮੇਰੇ ਨਾਲ ਅਟੈਚ ਹੈ ਇਨਵੈਸਟੀਗੇਸ਼ਨ ਲਈ, ਉਹਨੂੰ ਵੈਰੀਫਿਕੇਸ਼ਨ ਲਈ ਮਾਰਕ ਕੀਤੀਆਂ। DGP ਕੋਲ ਪਾਵਰ ਹੈਗੀ ਆ ਕਿ ਉਹ ਕੰਪਲੇਂਟ ਦੇ ਬੇਸ 'ਤੇ ਆਪਣੀਆਂ ਗਵਾਹੀਆਂ ਵੀ ਇਕੱਠੀਆਂ ਕਰਕੇ ਉੱਥੇ ਜਾ ਕੇ ਮਿਲ ਕੇ ਜਗ੍ਹਾ 'ਤੇ ਪਹੁੰਚ ਕੇ ਸਾਰੀ ਇਨਕੁਆਇਰੀ ਕਰਕੇ ਆਪਣੀ ਰਿਪੋਰਟ ਮੈਨੂੰ ਦਊਗਾ। ਉਹ ਰਿਪੋਰਟ ਦੇ ਬੇਸ 'ਤੇ ਮੈਂ ਅੱਗੇ ਫਿਰ ਪੂਰੀ ਕਾਰਵਾਈ ਕਰਕੇ ਉਹ ਬੰਦੇ ਨੂੰ ਮੌਕਾ ਦੇ ਕੇ ਕਿ ਹੁਣ ਤੇਰੇ ਖਿਲਾਫ ਇੰਨੀਆਂ ਗਵਾਹੀਆਂ ਆ ਚੁੱਕੀਆਂ, ਫਿਰ ਅੱਗੇ ਐਕਸ਼ਨ ਚੱਲੂਗਾ। ਸਰ ਥੋੜ੍ਹਾ ਜਿਹਾ ਇਹ ਲੋਕਾਂ ਨੂੰ ਦੱਸੋ ਵੀ ਲੋਕਪਾਲ ਦੇ ਅਧਿਕਾਰ ਖੇਤਰ 'ਚ ਕਿਹੜੇ ਅਧਿਕਾਰੀ ਮੁਲਾਜ਼ਮ ਆਉਂਦੇ ਨੇ ਵੀ ਉਹਨਾਂ ਬਾਰੇ ਤੁਹਾਨੂੰ ਸ਼ਿਕਾਇਤ ਦਿੱਤੀ ਜਾ ਸਕੇ? ਦੇਖੋ ਜੀ, ਐਕਟ ਦੇ ਵਿੱਚ ਪਬਲਿਕ ਮੈਨ ਡਿਫਾਈਨ ਕੀਤਾ ਹੈ। ਪਬਲਿਕ ਮੈਨ ਵਿੱਚ ਮਿਨਿਸਟਰ ਆ ਜਾਂਦੇ ਆ, MLAs ਆ ਜਾਂਦੇ ਆ, ਅਤੇ ਜਿਹੜੇ ਮਿਊਨਸੀਪਲ ਕਾਰਪੋਰੇਸ਼ਨ ਆ ਜੀ, ਉਹ ਦੇ ਸਾਰੇ ਇੰਪਲਾਈ ਆ ਜਾਂਦੇ ਆ ਮਿਊਨਸੀਪਲ ਕਾਰਪੋਰੇਸ਼ਨ ਦੇ। ਠੀਕ ਹੈ। ਇਸੇ ਤਰ੍ਹਾਂ ਮਿਊਨਸੀਪਲ ਕਮੇਟੀ ਦੇ, ਜਿੱਥੇ ਮਿਊਨਸੀਪਲ ਕਮੇਟੀ ਆ ਉਹਨਾਂ ਦੇ ਸਾਰੇ ਇੰਪਲਾਈ ਆ ਜਾਂਦੇ ਆ, ਨਗਰ ਪੰਚਾਇਤ ਦੇ ਆ ਜਾਂਦੇ ਆ। ਇਹ ਸਾਡੇ ਅਧਿਕਾਰ ਖੇਤਰ 'ਚ ਹੈ। ਜਿਹੜੇ ਪਬਲਿਕ ਸਰਵੈਂਟ ਹੈ, ਮਤਲਬ ਪੁਲਿਸ ਹੈ ਨਹੀਂ, ਕਿਉਂਕਿ ਸਾਡੇ ਕੋਲ ਕਈ ਕੰਪਲੇਂਟਾਂ ਆਉਂਦੀਆਂ ਪੁਲਿਸ ਦੀਆਂ ਕੰਪਲੇਂਟਾਂ ਨਹੀਂ ਤੁਸੀਂ ਅਟੈਂਡ ਕਰ ਸਕਦੇ? ਉਹ ਨਹੀਂ ਕਰ ਸਕਦੇ। ਉਸ ਕਰਕੇ ਕਈ ਕੰਪਲੇਂਟਾਂ ਸਾਨੂੰ ਇਸ ਕਰਕੇ ਖਾਰਿਜ ਕਰਨੀਆਂ ਪੈਂਦੀਆਂ ਕਿਉਂਕਿ ਉਹ ਪੁਲਿਸ ਦੇ ਖਿਲਾਫ ਹੁੰਦੀਆਂ। ਪੁਲਿਸ 'ਚ ਤਾਂ ਸਭ ਤੋਂ ਵੱਧ ਕਰਪਸ਼ਨ ਹੈ, ਫਿਰ ਫਾਇਦਾ ਕੀ ਲੋਕਪਾਲ ਦਾ? ਲੋਕਪਾਲ ਦਾ ਇਹ ਫਾਇਦਾ ਆ ਕਿ ਜਿਹੜਾ ਪੁਲਿਸ ਲਈ ਉਹਨਾਂ ਨੇ ਵਿਜੀਲੈਂਸ ਡਿਪਾਰਟਮੈਂਟ ਅਲੱਗ ਬਣਾਇਆ ਹੈ। ਦੂਜੀ ਗੱਲ ਇਹ ਆ ਕਿ ਅਸੀਂ ਇੱਕ ਕੰਮ ਹੋਰ ਕਰਦੇ ਹਾਂ, ਜਿੱਥੇ ਸਾਨੂੰ ਲੱਗੇ ਕਿ ਇਹ ਖਾਸ ਕਰਪਸ਼ਨ ਹੈ, ਐਪਰੈਂਟਲੀ ਦਿਸਦੀ ਹੈ, ਅਤੇ ਸਿਰਫ ਐਕਟ ਦੀ ਮਜਬੂਰੀ ਕਰਕੇ ਅਸੀਂ ਉਹਦੇ 'ਤੇ ਐਕਸ਼ਨ ਨਹੀਂ ਕਰ ਸਕਦੇ। ਅਸੀਂ ਉਹਨੂੰ ਫਿਰ ਉਹ ਡਿਪਾਰਟਮੈਂਟ ਕੰਸਰਨ ਨੂੰ ਭੇਜ ਦਿੰਦੇ ਕਿ ਇਹਦੇ 'ਤੇ ਐਕਸ਼ਨ ਲਓ ਅਤੇ 4 ਮਹੀਨੇ 'ਚ ਸਾਨੂੰ ਦੱਸ ਦਿਓ ਅਤੇ ਤੁਸੀਂ ਕੀ ਐਕਸ਼ਨ ਲਿਆ। ਜਿਹੜੇ ਵਿਭਾਗ ਦਾ ਕੇਸ ਹੋਊਗਾ ਤੁਸੀਂ ਉਹਨੂੰ ਹੀ ਭੇਜ ਦਿੰਦੇ? ਉਸ ਵਿਭਾਗ ਨੂੰ ਭੇਜ ਦਿੰਦੇ ਕਿ ਇਹਦੀ ਇਨਕੁਆਇਰੀ ਕਰੋ, ਇਹ ਜੈਨੂਅਨ ਲੱਗਦਾ, ਅਤੇ ਜੇ ਲੋੜ ਪਵੇ
ਤਾਂ ਉਹਦੇ ਵਿੱਚ ਅਸੀਂ ਕਾਨੂੰਨ ਵੀ ਲਿਖ ਦਿੰਦੇ, ਕਿਉਂਕਿ ਉਹ ਜੱਜ ਦੀ ਨੌਲੇਜ ਦਾ ਫਾਇਦਾ ਲੈ ਕੇ ਜੀ 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 ਕਿ ਇਹ ਜਿਹੜੇ ਇਹਦੇ ਨਾਲ ਜਾਤੀ ਹੋ ਰਹੀ ਹੈ ਇਹ ਕਾਨੂੰਨੀ ਤੌਰ ਤੇ ਠੀਕ ਨਹੀਂ ਹੈ। ਤੇ ਮੁੱਖ ਮੰਤਰੀ ਨੂੰ ਤੁਹਾਡੇ ਘੇਰੇ ਚ ਆਉਂਦਾ? ਮੁੱਖ ਮੰਤਰੀ ਹੈਗਾ ਸਾਡੇ ਕੋਲ, ਹੈਗਾ ਤੁਸੀਂ ਕਿਹਾ ਨਹੀਂ। ਮੁੱਖ ਮੰਤਰੀ ਹੈਗਾ। ਉਹ ਇਦਾਂ ਹੈ ਕਿ ਉਹਦੇ ਵਿੱਚ ਉਹਨਾਂ ਨੇ ਐਂ ਡਿਫਾਈਨ ਕੀਤਾ ਹੈ ਜਿਹਦਾ ਪਬਲਿਕ ਮਿਨਿਸਟਰ ਦੀ ਡੈਫੀਨੇਸ਼ਨ 'ਚ ਉਹਨਾਂ ਨੇ ਉਹ ਇਨਕਲੂਡ ਕਰ ਲਿਆ ਕਿ ਮਿਨਿਸਟਰ ਦਾ ਮਤਲਬ ਇਹ ਹੈ ਕਿ ਚਾਹੇ ਡਿਪਟੀ ਮਿਨਿਸਟਰ, ਚੀਫ ਮਿਨਿਸਟਰ, ਕਿਸੇ ਨਾਂ ਤੋਂ ਵੀ ਕਿਹਾ ਜਾਵੇ ਉਹ ਪਬਲਿਕ ਮੈਨ ਹੈ, ਉਹ ਵੀ ਉਹਦੇ 'ਚ ਆਉਂਦਾ। ਸ਼ਰਮਾ, ਜਦੋਂ ਤੁਸੀਂ ਹਾਈ ਕੋਰਟ 'ਚ ਪੈਨ ਫੜਦੇ ਸੀ ਬੜੀ ਤਾਕਤ ਹੁੰਦੀ ਸੀ, ਤੁਹਾਡੇ ਫੈਸਲਿਆਂ ਦੀ ਬੜੀ ਚਰਚਾ ਹੁੰਦੀ ਸੀ। ਆਮ ਇਹ ਵੀ ਚਰਚਾ ਹੈ ਵੀ ਤੁਸੀਂ ਕੁਇਕ ਸਕਿੰਟਾਂ 'ਚ ਉਹ ਮਾਰਦੇ ਸੀ ਫਾਈਲ ਚੱਕ ਕੇ ਫੈਸਲਾ ਕਰਕੇ, ਤੇ ਇੱਥੇ ਤੁਸੀਂ ਐਕਟਾਂ 'ਚ ਜਕੜੇ ਪਏ ਜੇ। ਹੁਣ ਪੈਨ ਦੀ ਲੱਗਦਾ ਨਹੀਂ ਤਾਕਤ ਬੜੀ ਪੇਤਲੀ ਜੀ, ਕਮਜ਼ੋਰ ਜੀ ਪੈ ਗਈ, ਗੱਲ ਜੀ ਨਹੀਂ ਬਣਦੀ। ਉਹ ਨਹੀਂ, ਸਭ ਤੋਂ ਜ਼ਿਆਦਾ ਕਮਜ਼ੋਰੀ ਜੇ ਦੇਖਿਆ ਜਾਵੇ ਨਾ, ਬਾਕੀ ਤਾਂ ਜਿਹੜੀ ਪਾਵਰ ਤੁਹਾਨੂੰ ਮਿਲੀ ਹੈ ਉਹ ਰਿਸਟ੍ਰਿਕਟਡ ਹੈ। ਉੱਥੇ ਤਾਂ ਤੁਹਾਨੂੰ ਦੱਸਿਆ ਹੀ ਹੈ ਕਿ ਹਾਈ ਕੋਰਟ 'ਚ ਤਾਂ ਜਿੰਨਾ ਜਾਤੀ ਹੋਵੇ ਉਹਨੂੰ ਤੁਸੀਂ ਹੋਰ ਕੁਝ ਨਹੀਂ, ਕਾਨੂੰਨ ਨਹੀਂ, ਉਹਦੇ ਹੱਕ 'ਚ ਤਾਂ ਇਕੁਇਟੀ ਤੇ ਜਸਟਿਸ ਦੇ ਨਾਂ 'ਤੇ ਹੀ ਤੁਸੀਂ ਰਿਲੀਫ ਦੇ ਸਕਦੇ ਸੀ। ਇੱਥੇ ਪ੍ਰੋਬਲਮ ਹੈ ਕਿ ਤੁਸੀਂ ਮਿਸਕੰਡਕਟ ਤੇ ਕਰਪਸ਼ਨ ਹੀ ਦੇਖਣੀ ਹੈ ਕਿੱਥੇ ਹੋਇਆ, ਇਹ ਜਿਹੜੀ ਗੱਲ ਹੋਈ ਹੈ। ਬਾਕੀ ਜੇ ਐਕਟ ਨੂੰ ਚੰਗੀ ਤਰ੍ਹਾਂ ਦੇਖਿਆ ਜਾਵੇ ਤਾਂ ਤਰੀਕੇ ਨਿਕਲ ਆਉਂਦੇ, ਜੇ ਜਿੱਥੇ ਕੰਮ ਕਰਨ ਦਾ ਜੇ ਜੀ ਹੋਵੇ। ਉਹ ਇੱਦਾਂ ਹੈ ਕਿ ਜਿੱਦਾਂ ਹੁਣ ਮੈਂ ਪਬਲਿਕ ਸਰਵੈਂਟ ਦੇ ਖਿਲਾਫ ਨਹੀਂ ਕਰ ਸਕਦਾ। ਪਬਲਿਕ ਸਰਵੈਂਟ ਨੂੰ ਥੋੜਾ ਡਿਸਕ੍ਰਾਈਬ ਕਰਿਓ। ਪਬਲਿਕ ਸਰਵੈਂਟ ਇਹ ਜਿਹੜੇ ਹੁਣ IPS IAS ਜਿਹੜੇ ਗਵਰਨਮੈਂਟ ਸਰਵੈਂਟ ਹੁੰਦੇ ਆ, ਪਬਲਿਕ ਸਰਵੈਂਟ। ਤੇ ਮੇਨ ਤੇ ਕਰਪਸ਼ਨ ਹੀ ਉੱਥੇ ਫਿਰ ਸ਼ਰਮ, ਮੇਨ ਕਰਪਸ਼ਨ ਉੱਥੇ ਹੈ ਨਾ। ਤੇ ਉਹਨਾਂ ਲਈ ਪੈਨੋ ਲਾ ਬਣੇ ਹੋਏ ਹਨ। ਲੋਕਪਾਲ ਐਕਟ ਬਣਾਉਣ ਦਾ ਮਤਲਬ ਇਹ ਸੀਗਾ ਕਿ ਇਹ ਜਿਹੜੇ ਮੈਂ ਤੁਹਾਨੂੰ ਪਬਲਿਕ ਮੈਨ ਦੱਸੇ ਆ ਇਹ ਉਹ ਸੁਧਾਰੇ ਚਾਹੁੰਦੇ ਨਹੀਂ ਸੀ, ਇਹਨਾਂ ਦੇ ਕੋਈ ਚੈੱਕ ਨਹੀਂ ਸੀ। ਇਹ ਪੋਲੀਟੀਕਲ ਕਰਪਸ਼ਨ ਨੂੰ ਚੈੱਕ ਕਰਨ ਨੂੰ ਹੀ ਲੋਕਪਾਲ ਬਣੇ, ਕਿਉਂਕਿ ਜਿਹੜੇ ਵਿਜੀਲੈਂਸ ਵਗੈਰਾ ਬਾਕੀ ਸਾਰੇ ਸੀ ਉਹ ਕਿਉਂਕਿ ਪਬਲਿਕ ਸਰਵੈਂਟ ਨਹੀਂ ਹੈ, ਇਸ ਕਰਕੇ ਉਹਨਾਂ ਦੇ ਖਿਲਾਫ ਕਿਸੇ ਐਕਟ 'ਚ ਕੋਈ ਪ੍ਰੋਵੀਜ਼ਨ ਹੈ ਨਹੀਂ ਸੀ। ਜਿੱਦਾਂ ਹੁਣ ਤੁਸੀਂ ਪ੍ਰਾਈਵੇਟ ਬੰਦੇ ਨੂੰ ਕਰਪਸ਼ਨ 'ਚ ਨਹੀਂ ਫੜ ਸਕਦੇ, ਉਹਨੇ ਕੀ ਕੀਤਾ, ਦੋ ਜਣਿਆਂ ਨੇ। ਪ੍ਰਾਈਵੇਟ ਕੰਪਨੀਆਂ 'ਚ ਕਰਪਸ਼ਨ ਹੋਵੇ ਤੁਸੀਂ ਕੁਝ ਨਹੀਂ ਕਰ ਸਕਦੇ ਜੀ। ਉਸੇ ਤਰ੍ਹਾਂ ਇਹ ਜਿਹੜੇ ਪੋਲੀਟੀਸ਼ੀਅਨ ਸੀਗੇ ਇਹਨਾਂ ਦੇ ਖਿਲਾਫ ਲੋਕਪਾਲ ਤੋਂ ਸਿਵਾ ਕੁਝ ਹੋ ਹੀ ਨਹੀਂ ਸਕਦਾ ਸੀ। ਸਿਰਫ ਜੇ ਥੋੜ੍ਹੀ ਜਿਹੀ ਦਿੱਕਤ ਜਿਹੜੀ ਆਉਂਦੀ ਹੈ ਉਹ ਹੈ ਕਿ ਲੋਕਪਾਲ ਐਕਟ ਨੂੰ ਇੰਟਰਮ ਆਰਡਰ ਪਾਸ ਕਰਨ ਦਾ ਜੇ ਹੱਕ ਹੁੰਦਾ ਤੇ ਬਹੁਤ ਇਫੈਕਟਿਵ ਹੋ ਜਾਂਦਾ, ਕਿਉਂਕਿ ਜੇ ਰੋਕ ਸਕੇ। ਹੁਣ ਪ੍ਰੋਬਲਮ ਜਿਹੜੀ ਹੁੰਦੀ ਜੀ ਹਾਈ ਕੋਰਟ 'ਚ ਹੈ ਕਿ ਕਿਸੇ ਬੰਦੇ ਨਾਲ ਜਾਤੀ ਹੋ ਰਹੀ, ਐਸੀ ਚੱਕਣਾ ਸਟੇ ਕਰ ਦੇਣਾ, ਗੱਲ ਖਤਮ ਹੋ ਗਈ, ਕੁਝ ਨਹੀਂ ਕਰ ਸਕਦਾ। ਬਿਲਕੁਲ ਠੀਕ। ਇੱਥੇ ਸਟੇ ਦੀ ਪਾਵਰ ਹੈ ਨਹੀਂ। ਹੁਣ ਕਈ ਜਿਹੜੀਆਂ ਕੰਪਲੇਂਟਾਂ ਜਿਹੜੀਆਂ 400 'ਚ ਕਈ ਨਹੀਂ ਜਿਹੜੀਆਂ ਇਨਕੁਆਇਰੀ ਇਸ ਕਰਕੇ ਨਹੀਂ ਕੀਤੀ ਕਿ ਬੰਦੇ ਨੇ ਗਰੀਵੈਂਸ ਕੀਤੀ ਮਿਊਨਿਸਪਲ ਕਾਰਪੋਰੇਸ਼ਨ ਦੀ, ਸਾਡਾ ਨੋਟਿਸ ਗਿਆ, ਕਮਿਸ਼ਨਰ ਨੂੰ ਬੁਲਾਇਆ, ਉਹਦਾ ਕੰਮ ਹੋ ਜਾਂਦਾ, ਉਹ ਮੁੜ ਕੇ ਆਉਂਦਾ ਨਹੀਂ। ਕਿਉਂਕਿ ਉਹਨੂੰ ਜਿਹੜੀ ਪਬਲਿਕ ਹੈ, ਜ਼ਿਆਦਾਤਰ ਪਬਲਿਕ ਇਹ ਦੇਖਦੀ ਹੈ ਕਿ ਸਾਨੂੰ ਕੀ ਫਾਇਦਾ। ਕੋਈ ਵੀ ਜਨਰਲ ਨਹੀਂ ਸੋਚਦਾ ਕਿ ਮੈਂ ਇੱਥੋਂ ਕਰਪਸ਼ਨ ਖਤਮ ਕਰਨੀ ਹੈ। ਉਹ ਕਹਿੰਦਾ ਜੀ ਮੈਨੂੰ ਇਹ ਤਕਲੀਫ ਆ, ਮੇਰੀ ਤਕਲੀਫ ਪੂਰੀ ਹੋ ਗਈ ਤੇ ਮੈਂ ਆ ਕੇ ਹੁਣ ਕੀ ਕਰਾਂ। ਗੱਲ ਫਿਰ ਉੱਥੇ ਹੁੰਦੇ, ਤੁਸੀਂ ਵੈਸੇ ਉੱਥੇ ਆ ਰਹੇ ਜੇ ਮੇਰੀ ਗੱਲ ਤੇ, ਜਿਵੇਂ ਤੁਸੀਂ ਪੂਰੀ ਬੇਬਾਕੀ ਨਾਲ ਬਤੌਰ ਜੱਜ ਹਾਈ ਕੋਰਟ ਬੈਠ ਕੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਇਨਜਸਟਿਸ ਹੋ ਰਿਹਾ ਤੇ ਕਲਮ ਚਲਾ ਦਿੰਦੇ ਸੀ, ਇੱਥੇ ਕਿਤੇ ਘੁੱਟਣ ਮਹਿਸੂਸ ਨਹੀਂ ਹੁੰਦੀ ਬਤੌਰ ਲੋਕਪਾਲ ਵੀ ਯਾਰ ਦਿਸ ਰਿਹਾ ਮੈਨੂੰ ਪਰ ਮੈਂ ਪੈਨ ਨਹੀਂ ਚਲਾ ਸਕਦਾ? ਉਹ ਤਾਂ ਹੈ, ਪਰ ਉਹਦੇ ਲਈ ਜਿਹੜੀ ਸਾਡੀ ਟ੍ਰੇਨਿੰਗ ਹੈ ਵਕਾਲਤ ਦੀ ਤੇ ਜੱਜੀ ਦੀ, ਉਹ ਤਾਂ ਪਤਾ ਹੈ ਕਿ ਜਿਹੜੀ ਪਾਵਰ ਹੈ ਤੁਹਾਨੂੰ ਦਿੱਤੀ ਉਨੀ ਕੀ ਯੂਜ਼ ਕਰਨੀ ਚਾਹੀਦੀ। ਉਹਦੇ ਤੋਂ ਬਾਹਰ ਨਿਕਲਣਾ ਤਾਂ ਤੁਹਾਡੇ ਲਈ ਵੀ ਠੀਕ ਨਹੀਂ ਹੈ, ਈਵਨ ਜੱਜ ਲਈ ਵੀ ਠੀਕ ਨਹੀਂ ਹੈ। ਜੇ ਜੱਜ ਆਪਣੇ ਕਿਸੇ ਹੋਰ ਮੋਟਿਵ ਲਈ ਕੰਮ ਕਰਦਾ ਤਾਂ ਉਹ ਜੱਜ ਲਈ ਵੀ ਠੀਕ ਨਹੀਂ। ਮੈਂ ਉਹ ਨਹੀਂ ਕਹਿੰਦਾ ਦਾਇਰੇ ਤੋਂ ਬਾਹਰ ਤਾਂ ਨਹੀਂ ਜਾਣਾ ਚਾਹੀਦਾ, ਦਾਇਰੇ ਤੋਂ ਬਾਹਰ ਚੱਲ ਗਏ ਤਾਂ ਤੁਸੀਂ ਵੀ ਫਿਰ ਸਮਝ ਲਓ ਵੀ ਉਹ ਦੂਜੀ ਭੂਮਿਕਾ ਨਿਭਾ ਰਹੇ ਜੇ। ਪਰ ਮੇਰਾ ਕਹਿਣ ਦਾ ਮਤਲਬ ਦਾਇਰੇ 'ਚ ਉਹਨਾਂ ਨੇ ਉਹ ਕੀਤਾ ਹੈ, ਪਰ ਹੁਣ ਜਿਹੜਾ ਨਵਾਂ ਐਕਟ ਪ੍ਰਪੋਜ਼ ਕੀਤਾ ਸੀ, ਜਿਹੜਾ ਇਹਨਾਂ ਨੇ ਲੋਕ ਯੁਕਤਾ ਐਕਟ ਕੀਤਾ ਸੀ ਨਾ, ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਸੀ, ਜਦੋਂ ਉਹ ਕਹਿੰਦੇ ਸੀ ਕੱਲ ਪਰਸੋਂ ਹੀ ਲਾਗੂ ਕਰ ਦੇਣਾ, ਫਿਰ ਥੋੜੀ ਹਿੱਚ ਪੈ ਗਈ ਸੀ। ਉਹਦੇ 'ਚ ਬਹੁਤ ਪ੍ਰੋਬਲਮ ਹੈ।
ਅੱਛਾ ਜੀ। ਉਹਦੇ 'ਚ ਇਹਨਾਂ ਨੇ ਇੰਟਰਮ ਪਾਵਰ ਵੀ ਦਿੱਤੀ ਹੈ, ਉਹਦੇ 'ਚ ਪਬਲਿਕ ਸਰਵੈਂਟ ਵੀ ਇਨਕਲੂਡਡ ਹੈ, ਉਹਦੇ 'ਚ ਇਹ ਵੀ ਪਾਵਰ ਦਿੱਤੀ ਹੈ ਕਿ ਜਿਹੜਾ ਅਫਸਰ ਆ ਜਾਂ ਮੰਤਰੀ ਆ ਜਾਂ ਕਿਸੇ ਦੇ ਖਿਲਾਫ ਉਹਦੇ ਤਾਂ ਤੁਸੀਂ ਉਹਨੂੰ ਟਰਾਂਸਫਰ ਵੀ ਕਰ ਸਕਦੇ ਸੀ ਉਹ ਸੀਟ ਤੋਂ, ਕਿ ਉਹ ਅੱਗੇ ਇੰਟਰਫੀਅਰ ਨਾ ਕਰ ਸਕੇ ਤੇ ਇਨਕੁਆਇਰੀ 'ਚ। ਤੇ ਉਹ ਫੈਸਲਾ ਕੈਬਨਿਟ 'ਚ ਹੋਇਆ ਸੀ, ਤੁਸੀਂ ਕਦੀ ਉਹਨੂੰ ਪਰਸਿਊ ਕਰਨ ਲਈ ਆਪਣੇ ਵੱਲੋਂ ਕਿਤੇ ਲਿਖਿਆ? ਨਹੀਂ, ਉਹ ਅਸੀਂ ਨਹੀਂ ਪਰਸੂ ਕਰ ਸਕਦੇ, ਕਰ ਨਹੀਂ ਸਕਦੇ। ਸਾਡਾ ਉਹ ਜੂਰੀਡਿਕਸ਼ਨ ਹੈ ਨਹੀਂ, ਕਿਉਂਕਿ ਉਹ ਗੌਰਮੈਂਟ ਤੇ ਅਸੈਂਬਲੀ ਦੀ ਜੂਰੀਡਿਕਸ਼ਨ 'ਚ ਹੈਗਾ ਕਿ ਕਿਹੜੇ ਲਾਅ ਬਣਾਉਣੇ ਕਿਹੜੇ ਨਹੀਂ ਬਣਾਉਣੇ। ਇਹ ਜਿਹੜੇ ਸਾਡੇ ਹੱਥ 'ਚ ਸੀਗਾ, ਜਿੱਦਾਂ ਜਦੋਂ ਮੈਂ ਆਇਆ ਤੇ ਐਕਟ ਦੇ ਰੂਲਸ ਨਹੀਂ ਬਣੇ ਹੋਏ ਸੀ, ਓਕੇ, ਉਹ ਡਰਾਫਟ ਰੂਲ ਬਣਾ ਕੇ ਗੌਰਮੈਂਟ ਨੂੰ ਭੇਜ ਦਿੱਤੇ ਸੀ, ਉਹ ਪ੍ਰੋਸੈਸ 'ਚ ਹੈਗੇ, ਹੁਣ LR ਤੱਕ ਪਹੁੰਚ ਗਏ, ਉਹ ਪ੍ਰਿੰਟ ਹੋ ਜਾਊਗੇ। ਪਰ ਕਿਉਂਕਿ ਕਾਨੂੰਨ ਦੇ ਮੁਤਾਬਿਕ ਜੇ ਰੂਲ ਨਹੀਂ ਬਣੇ ਹੋਣ ਤਾਂ ਜਿਹੜੇ ਡਰਾਫਟ ਰੂਲ ਹੈ ਉਹ ਲਾਗੂ ਕੀਤੇ ਜਾ ਸਕਦੇ, ਤੇ ਅਸੀਂ ਉਸ ਹਿਸਾਬ ਨਾਲ ਵੈਬਸਾਈਟ 'ਤੇ ਡਰਾਫਟ ਰੂਲ ਦੇ ਕੇ ਉਹਨਾਂ ਹਿਸਾਬ ਨਾਲ ਅਸੀਂ ਕੰਮ ਕਰਦੇ ਹਾਂ। ਤੇ ਇੱਕ ਹੋਰ ਕੰਮ ਕਰ ਦਿੱਤਾ, DGP ਦੀ ਡਿਊਟੀ ਲਾਤੀ ਹੈ ਕਿ ਜਿਹੜੀ ਵੈਰੀਫਿਕੇਸ਼ਨ ਕਰਨੀ ਹੈ ਉਹਦੇ ਵੀ ਰੂਲ ਬਣਾ ਦਿੱਤੇ ਜਾਣ ਕਿ ਕਿੱਦਾਂ ਵੈਰੀਫਿਕੇਸ਼ਨ ਕਰਕੇ ਰਿਪੋਰਟ ਕਰਨੀ ਹੈ, ਕੀ ਕਰਨਾ ਹੈ, ਕਿੰਨੀ ਦੇਰ 'ਚ ਕਰਨੀ ਹੈ, ਕਿੰਨਾ ਚੈੱਕ ਕਰਨਾ, ਜੋ ਕਿ ਡਿਲੇ ਨਾ ਹੋਵੇ। ਹੁਣ ਤੁਸੀਂ ਬਹੁਤ ਵੱਡੀ ਗਿਣਤੀ ਦੱਸੀ ਵੀ ਕੰਪਲੇਂਟਾਂ ਕਿੰਨੀਆਂ ਆ ਗਈਆਂ, ਉਹਨਾਂ ਵਿੱਚੋਂ ਕਿਸੇ ਵਿਰੁੱਧ ਵੀ ਸ਼ਾਇਦ ਕਾਰਵਾਈ ਨਹੀਂ ਕੀਤੀ ਜਿਵੇਂ ਤੁਸੀਂ ਦੱਸ ਰਹੇ ਜੇ? ਨਹੀਂ, ਕਾਰਵਾਈ ਹੋ ਰਹੀ ਹੈ ਜੀ। ਕਾਰਵਾਈ ਤਾਂ ਇੱਦਾਂ ਹੈ ਨਾ, ਕਾਰਵਾਈ ਕਰਕੇ ਐਸੀ ਜਿਹੜੀ ਕੰਪਲੇਂਟ ਹੈ, ਐਕਚੁਅਲੀ ਗੱਲ ਕੀ ਵਿੱਚ ਕਰੋਨਾ ਆ ਗਿਆ ਜੀ, ਕਰੋਨਾ ਪਰ ਕਰਕੇ ਕਰੋਨਾ 'ਚ ਕਰਪਸ਼ਨ ਤੇ ਹੋਈ ਗਈ ਨਾ ਜੀ। ਨਹੀਂ, ਕਰਪਸ਼ਨ ਤਾਂ ਹੋ ਗਈ, ਪਰ ਜਿਹੜੀ ਪਹਿਲਾਂ ਕੰਪਲੇਂਟ ਜਾਰੀ ਹੋਈ ਕਰੋਨਾ 'ਚ, ਸਗੋਂ ਟੀਕਾ ਟੂਕਾ ਦਾ ਰੌਲਾ ਪਈ ਗਿਆ। ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਇਹਦੀ ਕੰਪਲੇਂਟ ਨਹੀਂ ਹੈ, ਪਰੰਤੂ ਇੱਕ ਗੱਲ ਜ਼ਰੂਰ ਹੋਈ ਕਿ ਤੁਸੀਂ ਜੇ ਨੋਟਿਸ ਕਰੋ ਕਿ ਕਰੋਨਾ 'ਚ ਜਿਹੜੇ ਬੰਦੇ ਬੁਲਾਉਂਦੇ ਸੀ ਨਾ, ਉਹ ਨਹੀਂ ਆਉਂਦੇ ਸੀ। ਕਿ ਕੋਈ ਕਹਿੰਦਾ ਸੀ ਮੈਂ ਕਰੋਨਾ 'ਚ ਇਨਫੈਕਟਡ ਹੋ ਗਿਆ, ਕੋਈ ਕਹਿੰਦਾ ਸੀ ਜੀ ਮੈਨੂੰ ਉੱਤੇ ਨਹੀਂ ਆਉਣ ਦਿੰਦੇ ਕਿਉਂਕਿ ਮੇਰੇ ਟੀਕੇ ਨਹੀਂ ਲੱਗੇ। ਤਾਂ ਕਰੋਨਾ ਵੀ ਹੈਲਪ ਕਰਦੀ ਰਹੀ ਕਰਪਸ਼ਨ ਕਰਨ ਨਹੀਂ, ਉਹ ਪਤਾ ਨਹੀਂ ਕਰਪਸ਼ਨ ਕਰਨ ਵਾਲਿਆਂ ਨੂੰ ਜਾਂ ਕਰਪਸ਼ਨ ਰੋਕਣ ਵਾਲਿਆਂ ਨੂੰ, ਇਹ ਵੀ ਹੋ ਸਕਦਾ। ਜਿਹੜੇ ਕੰਪਲੇਨੈਂਟ ਆ ਉਹ ਵੀ ਨਹੀਂ ਆ ਸਕਦੇ ਸੀ। ਫਿਰ ਇਲੈਕਸ਼ਨ ਆ ਗਿਆ, ਉਹ ਕਹਿੰਦੇ ਸਾਡੀ ਇਲੈਕਸ਼ਨ ਡਿਊਟੀ ਲੱਗੀ ਹੈ, ਅਸੀਂ ਇਲੈਕਸ਼ਨ 'ਚ ਬਿਜ਼ੀ ਹਾਂ। ਇਲੈਕਸ਼ਨ ਜਾਬਤਾ ਤਾਂ ਨਹੀਂ ਤੁਹਾਡੇ ਤੇ ਲਾਗੂ ਹੁੰਦਾ ਸੀ ਨਾ? ਨਹੀਂ, ਇਲੈਕਸ਼ਨ ਜਾਬਤਾ ਸਾਡੇ ਤੇ ਲਾਗੂ ਨਹੀਂ ਹੁੰਦਾ, ਪਰ ਇੱਦਾਂ ਹੈ ਨਾ, ਜਿੱਦਾਂ ਹੁਣ ਅਸੀਂ ਕਮਿਸ਼ਨਰ ਨੂੰ ਬੁਲਾਇਆ, ਮਿਊਨਿਸਪਲ ਕਮਿਸ਼ਨਰ ਨੂੰ, ਕਿ ਆ ਕੇ ਪੇਸ਼ ਹੋ ਜਾ, ਉਹਦਾ ਆ ਜਾਂਦਾ ਜੀ ਸਾਡੀ ਚੋਣ ਕਮਿਸ਼ਨ ਡਿਊਟੀ ਲੱਗੀ। ਓਕੇ, ਉਸ ਕਰਕੇ ਹੁਣ ਪਿਛਲੇ ਜਨਵਰੀ ਤੋਂ ਤੇ ਚੋਣ ਦੇ ਚੱਕਰ 'ਚ ਹੀ ਅਸੀਂ ਉਹ ਕੰਮ ਕਰ ਰਹੇ ਸੀ, ਇਹ ਕੰਮ ਕਰ ਰਹੇ, ਉਸ ਕਰਕੇ ਕੇਸ ਜਿਹੜੇ ਆ ਤਰੀਕਾਂ ਹੀ ਪਾਣੀਆਂ ਪਈਆਂ। ਹੁਣ 10 ਮਾਰਚ ਤੋਂ ਬਾਅਦ ਫਿਰ ਦੁਬਾਰਾ ਤੋਂ ਚੱਲੂਗਾ, ਉਨੀ ਦੇਰ ਨੂੰ ਜਿਹੜੇ ਕੋਈ 20 ਕੇਸ ਪਏ ਆ DGP ਕੋਲ, ਉਹ ਵੈਰੀਫਿਕੇਸ਼ਨ ਲਈ, ਉਹਨਾਂ ਦੀਆਂ ਰਿਪੋਰਟਾਂ ਵੀ ਆ ਜਾਊਗੀਆਂ। ਪਰ ਸ਼ਰਮਾ ਇਹ ਲੋਕ ਫਿਰ ਕਿਤੇ ਨਾ ਕਿਤੇ ਜੋ ਸ਼ੰਕੇ ਜ਼ਾਹਰ ਕਰਦੇ ਨੇ, ਮਾਈਂਡ ਨਾ ਕਰਿਓ, ਉਹ ਸੱਚ ਨਹੀਂ ਹੁੰਦੇ ਵੀ 2.5 ਸਾਲ ਹੋ ਗਏ ਤੁਹਾਡੇ ਕੋਲ ਸੈਂਕੜੇ ਕੰਪਲੇਂਟਾਂ ਆਈਆਂ, ਹੈ ਨਾ, ਤੁਸੀਂ ਇਹ ਗੱਲ ਮੰਨ ਰਹੇ ਜੇ ਵੀ ਭ੍ਰਿਸ਼ਟਾਚਾਰ ਤੇ ਹੈ ਹੀ ਹੈ, ਚਲੋ ਇਹ ਤੇ ਓਪਨ ਸੀਕ੍ਰੇਟ ਹੈਗਾ, ਪਰ ਤੁਹਾਡੇ ਦਫ਼ਤਰ ਵੱਲੋਂ ਕੋਈ ਇੱਦਾਂ ਦਾ ਡੰਡਾ, ਇੱਦਾਂ ਦਾ ਐਕਸ਼ਨ ਕਿਸੇ ਬੰਦੇ ਦੇ, ਇਹ ਠੀਕ ਹੈ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਬੰਦੇ ਦਾ ਨਾਂ ਨਹੀਂ ਡਿਸਕਲੋਜ਼ ਕਰਦੇ ਐਕਟ ਮੁਤਾਬਕ, ਪਰ ਐਕਸ਼ਨ ਨਾ ਹੋਣਾ ਵੀ ਇਹ ਰਬੜ ਦੀ ਸਟੈਂਪ ਬਣ ਗਈ ਹੈ। ਇਹ ਤਾਂ ਤੁਹਾਡੀ ਪ੍ਰੀਜ਼ੰਪਸ਼ਨ ਹੈ ਕਿ ਐਕਸ਼ਨ ਨਹੀਂ ਹੋ ਰਿਹਾ, ਐਕਸ਼ਨ ਤਾਂ ਹੋ ਰਿਹਾ। ਅੱਛਾ ਜੀ, ਉਹ ਦੱਸ ਨਹੀਂ ਸਕਦੇ। ਇਨਕੁਆਇਰੀ ਚੱਲ ਰਹੀ ਹੈ, MLA ਦੇ ਖਿਲਾਫ ਚੱਲ ਰਹੀ ਹੈ, ਉਹਨਾਂ ਦੇ ਖਿਲਾਫ ਚੱਲ ਰਹੀ, ਮਿਨਿਸਟਰ ਦੇ ਖਿਲਾਫ ਚੱਲ ਰਹੀ ਹੈ। ਕਿੰਨੇ ਮਿਨਿਸਟਰਾਂ ਦੇ ਖਿਲਾਫ? ਇਸ ਵੇਲੇ 2 ਅੱਛਾ ਨੂੰ ਬੁਲਾਇਆ ਹੈ ਉਹਨਾਂ ਦੀ ਇਨਕੁਆਇਰੀ ਲਈ। ਓਕੇ, ਉਹਨਾਂ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ, ਇਨਕੁਆਇਰੀ ਚੱਲਣੀ ਹੈ ਨਾ, ਫਿਰ ਐਕਸ਼ਨ ਤਾਂ ਬਾਅਦ ਚ ਗਵਰਨਰ ਨੇ ਲੈਣਾ। MLA ਕਿੰਨੇ ਦੇ ਖਿਲਾਫ? MLA ਵੀ 6 ਹੈਗੇ। ਓਕੇ, ਵੱਡੀ ਗੱਲ ਹੈ ਫਿਰ ਤਾਂ। ਹਾਂ, ਇਦਾਂ ਦੀ ਕਮੀ ਕੋਈ ਨਹੀਂ ਹੈ। ਕਿਉਂਕਿ ਜਿਹੜੇ ਤੁਹਾਡੇ ਤੋਂ ਪਹਿਲਾਂ ਲੋਕਪਾਲ ਸੀ, ਉਹ ਤੇ ਜਦੋਂ ਉਹਨਾਂ ਨਾਲ ਕੋਈ ਗੱਲਬਾਤ ਕਰੀਦੀ ਅਕਸਰ ਇਹੀ ਰੋਣਾ ਧੋਣਾ ਸੁਣੀਦਾ, ਮੈਨੂੰ ਤਾਂ ਦਫ਼ਤਰ ਨਹੀਂ ਮਿਲਿਆ ਜੀ, ਮੈਨੂੰ ਤਾਂ ਸਟਾਫ ਨਹੀਂ ਮਿਲਿਆ ਜੀ, ਮੈਨੂੰ ਤਾਂ ਕੁਰਸੀ ਨਹੀਂ ਮਿਲੀ ਜੀ, ਮੈਨੂੰ ਤਾਂ ਮੇਜ਼ ਨਹੀਂ ਮਿਲਿਆ। ਇਹ ਮਿਲ ਗਿਆ ਜੀ ਸਾਰਾ ਕੁਝ? ਇੱਦਾਂ ਹੈ ਕਿ ਜੇ ਤੁਸੀਂ ਕਹੋ ਸਾਰਾ ਕੁਝ ਮਿਲ ਗਿਆ, ਜਿੱਦਾਂ ਅਸੀਂ 72 ਇੰਪਲਾਈ ਮੰਗੇ ਆ ਜੀ, ਸਾਡੇ ਕੋਲ 35 ਕੰਮ ਕਰ ਰਹੇ ਆ। ਓਕੇ, ਅੱਧੇ ਕਿਤੇ ਆ ਗਏ ਹੈ ਨਾ? ਅੱਧੇ ਹੈਗੇ। ਤੇ ਹੁਣ ਉਹਦੇ 'ਚ ਇੱਦਾਂ ਫਰਕ ਪੈਂਦਾ ਹੈ ਕਿ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੀ, ਫਿਰ ਗਿਣਤੀ ਨਹੀਂ ਚਾਹੀਦੀ ਹੁੰਦੀ। ਜਿੰਨੇ ਨਹੀਂ ਕੰਮ ਕਰਨਾ, ਹੁਣ ਤੁਹਾਨੂੰ ਇਹ ਰਿਸਕ ਹੈ, ਆਪਾਂ ਖੁੱਲੀ ਗੱਲ ਕਰ ਰਹੇ ਹਾਂ, ਜੇ ਤੁਸੀਂ ਸਾਡੇ ਦਫ਼ਤਰ ਵੀ ਚੱਲ ਜਾਓ ਜੀ, 3 ਵਿੰਗ ਹੈ, ਇੱਕ ਜੁਡੀਸ਼ੀਅਲ, ਇੱਕ ਐਡਮਿਨਿਸਟ੍ਰੇਟਿਵ ਤੇ ਇੱਕ ਇਨਵੈਸਟੀਗੇਸ਼ਨ।
ਇਨਵੈਸਟੀਗੇਸ਼ਨ ਤਾਂ ਪੁਲਿਸ ਡਿਪਾਰਟਮੈਂਟ ਹੈ, ਠੀਕ ਤੇ ਐਡਮਿਨਿਸਟ੍ਰੇਟਿਵ ਗਵਰਨਮੈਂਟ ਇੰਪਲੋਈਜ਼ ਹੈ, ਤੇ ਜਿਹੜਾ ਜੁਡੀਸ਼ੀਅਲ ਵਿੰਗ ਹੈ ਉਹ 'ਚ ਸਾਰੇ ਬੰਦੇ ਰਿਟਾਇਰਡ ਫਰਾਮ ਹਾਈ ਕੋਰਟ ਜਾਂ ਜੁਡੀਸ਼ੀਅਲ ਅਫਸਰ ਹੈ। ਓਕੇ, ਕੰਪੀਟੈਂਟ ਨੇ ਮਤਲਬ ਤੁਸੀਂ ਉਹਨਾਂ ਦੀ ਵਰਕਿੰਗ 'ਚ ਹੀ ਦੇਖ ਲਓ, ਅੱਛਾ ਜਿਹੜੀ ਐਫੀਸ਼ੀਐਂਸੀ ਨਾਲ ਜੁਡੀਸ਼ੀਅਲ ਬ੍ਰਾਂਚ ਦਾ ਕੰਮ ਹੁੰਦਾ, ਬਾਕੀਆਂ ਦਾ ਨਹੀਂ ਹੁੰਦਾ, ਓਕੇ ਓਕੇ ਕਿਉਂਕਿ ਉਹਨਾਂ ਨੂੰ ਉਹ ਯੂਜ਼ ਕਰਨ ਦੀ ਆਦਤ ਨਹੀਂ ਹੈ। ਜੇ 15 ਫਾਈਲਾਂ ਹੈਗੀਆਂ ਐਡਮਿਨਿਸਟ੍ਰੇਟਿਵ ਬ੍ਰਾਂਚ, ਉਹਨਾਂ ਨੇ 15 ਫਾਈਲਾਂ ਹਫ਼ਤੇ 'ਚ ਕੱਢਣੀਆਂ। ਜੁਡੀਸ਼ੀਅਲ ਬ੍ਰਾਂਚ ਵਾਲੇ ਨੇ 15 ਫਾਈਲਾਂ ਉਦੋਂ ਹੀ ਕੱਢ ਕੇ ਸ਼ਾਮ ਤੱਕ ਪਹੁੰਚਾ ਦੇਣੀਆਂ ਕਿ ਲਓ। ਇਹ ਫਰਕ ਤਾਂ ਹੈ ਨਾ, ਉਹ ਜੇ ਕਲਚਰ ਦਾ ਹੀ ਕੰਮ ਕਰਨ ਦੇ ਕਲਚਰ ਦਾ ਹੀ ਨਹੀਂ, ਉਹ ਫਰਕ ਹੈ। ਕਲਚਰ ਤਾਂ ਇੱਥੋਂ ਪਤਾ ਲੱਗਦਾ ਸ਼ਰਮਾ ਜੀ, ਬਹੁਤ ਵੱਡੀ ਗੱਲ ਹੈ ਤੁਹਾਡੇ ਲਈ। ਛੋਟੀਆਂ ਗੱਲਾਂ ਹੋਣਗੀਆਂ ਕਿਉਂਕਿ ਤੁਸੀਂ ਬਹੁਤ ਵੱਡੇ ਫੈਸਲੇ ਕੀਤੇ ਹਾਈ ਕੋਰਟ ਦੀਆਂ ਕੁਰਸੀਆਂ ਤੇ ਬਹਿ ਕੇ, ਵੀ 2 ਮੰਤਰੀਆਂ ਤੇ 7 ਤੁਸੀਂ ਕਹੇ ਵਿਧਾਇਕਾਂ ਵਿਰੁੱਧ ਪੜਤਾਲ ਚੱਲ ਰਹੀ। ਹੋ ਸਕਦਾ ਉਹ ਗਲਤ ਵੀ ਹੋਵੇ, ਉਹ ਸਹੀ ਨਿਕਲ ਆਉਣ, ਪੜਤਾਲ ਚੱਲਣੀ। ਇਹ ਤਾਂ ਕਦੀ ਸੁਣਿਆ ਹੀ ਨਹੀਂ ਸੀ ਵੀ ਲੋਕਪਾਲ 'ਚ ਇਦਾਂ ਦਾ ਐਕਸ਼ਨ ਵੀ ਚੱਲਦਾ। ਇਹਦਾ ਮਤਲਬ ਵੀ ਜਿਹੜੀ ਰਬੜ ਦੀ ਮੋਹਰ ਵਾਲੀ ਜਿਹੜਾ ਉਹ ਸਟੈਂਪ ਲੱਗੀ ਲੋਕਪਾਲ ਤੇ, ਉਹਨੂੰ ਕਿਤੇ ਧੁੰਦੇ ਲੱਗਦੇ ਜੇ ਤੁਸੀਂ। ਨਹੀਂ ਰਬੜ, ਉਹ ਤਾਂ ਗੱਲ ਹੀ ਗਲਤ ਹੈ ਕਿ ਰਬੜ ਦੀ ਸਟੈਂਪ ਵਾਲੀ ਗੱਲ ਇਹ 'ਚ ਹੈ ਹੀ ਕੋਈ ਨਹੀਂ। ਓਕੇ, ਤੁਹਾਨੂੰ ਮੈਂ ਦੱਸਿਆ ਕਿ ਸਿਰਫ ਜਿਹੜੀ ਤਕਲੀਫ ਹੈਗੀ, ਜੇ ਰਬੜ ਸਟੈਂਪ ਤੁਸੀਂ ਕਹਿਣਾ ਹੀ ਹੈ ਤਾਂ ਇਸ ਗੱਲ ਤੇ ਕਹਿ ਸਕਦੇ ਕਿ ਇੰਟਰਮ ਆਰਡਰ ਪਾਸ ਕਰਨ ਦੀ ਕੋਈ ਪ੍ਰੋਵੀਜ਼ਨ ਨਹੀਂ। ਓਕੇ, ਮਤਲਬ ਇਮੀਡੀਏਟ ਐਕਸ਼ਨ ਨਹੀਂ ਨਜ਼ਰ ਆ ਸਕਦਾ ਤੁਹਾਨੂੰ। ਤੁਸੀਂ ਇੱਕ ਮੰਤਰੀ ਤੋਂ ਦੁਖੀ ਆ, ਜੇ ਇੰਟਰਮ ਆਰਡਰ ਦੀ ਪਾਵਰ ਹੋਵੇ ਜੀ, ਤਾਂ ਤੁਹਾਨੂੰ ਦੂਜੇ ਦਿਨ ਆਰਡਰ ਮਿਲ ਜਾਵੇ। ਓਕੇ, ਤੁਸੀਂ ਹੋ ਗਏ ਨਾ ਖੁਸ਼, ਤੁਹਾਨੂੰ ਪਤਾ ਲੱਗਾ ਕਿ ਲੋਕਪਾਲ 'ਚ ਕੁਝ ਚੱਲ ਰਿਹਾ। ਜੇ ਉਹ ਕਰਨਾ ਹੀ ਨਹੀਂ ਹੈ, ਮੈਂ ਇਨਕੁਆਇਰੀ ਮੈਨੂੰ ਮਿਨੀਮਮ 6 ਮਹੀਨੇ ਤਾਂ ਲੱਗੂਗੀ। ਬਿਲਕੁਲ ਠੀਕ, ਬੁਲਾਣਾ, ਜਵਾਬ Process ਦੇਣਾ, ਬਹੁਤ ਇਹ ਲੰਬਾ, ਕਰਨਾ, ਹਾਂਜੀ। ਇਨਵੈਸਟੀਗੇਸ਼ਨ ਨਹੀਂ, ਪ੍ਰੋਸੈਸ ਲੰਬਾ ਛੱਡੋ। ਕੋਈ ਵੀ ਇਨਕੁਆਇਰੀ ਕਮਿਸ਼ਨ ਤਾਂ ਸਾਲਾਂ ਹੀ ਚੱਲਦੇ ਰਹਿੰਦੇ ਆ। ਤੇ ਮਤਲਬ ਤੁਸੀਂ ਜੇ ਫਾਸਟ ਵੀ ਕਰੋ, ਫਾਸਟ ਤੋਂ ਫਾਸਟ 6 ਮਹੀਨੇ 'ਚ ਕਰ ਲਓ ਤਾਂ ਉਹਨੂੰ ਫਾਸਟ ਮੰਨਿਆ ਜਾਊਗਾ। ਜੀ 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 ਜੀ। ਤੇ ਕਿਉਂਕਿ ਬੰਦੇ ਨੂੰ ਟਾਈਮ ਵੀ ਦੇਣਾ ਹੁੰਦਾ, ਉਹਨੇ ਗਵਾਹ ਵੀ ਬੁਲਾਣੇ ਆ, ਇਹ ਵੀ ਕਰਨਾ, ਤੇ ਉਸ ਕਰਕੇ ਟਾਈਮ ਵੀ ਮੰਗ ਲੈਂਦੇ, ਡੇਟ ਤੇ ਡੇਟ ਪੈ ਜਾਂਦੇ, ਡੇਟ ਤੇ ਰਾਈਟ ਅਗਲੇ ਦਾ, ਤੇ ਇਸ ਕਰਕੇ ਨਜ਼ਰ ਨਹੀਂ ਆਉਂਦਾ। ਨਜ਼ਰ ਨਹੀਂ ਆਉਂਦਾ। ਉਸ ਕਰਕੇ ਤੁਸੀਂ ਕਹਿ ਸਕਦੇ ਯਾਰ ਉੱਥੇ ਕੀ ਮਿਲਣਾ, ਨਜ਼ਰ ਤਾਂ ਕੁਝ ਆਉਂਦਾ ਨਹੀਂ। ਹਾਈ ਕੋਰਟ 'ਚ ਨਜ਼ਰ ਆਉਂਦਾ, ਬੰਦਾ ਥੱਲੇ ਦੀਆਂ ਕਚਹਿਰੀਆਂ ਛੱਡ ਕੇ ਵੀ ਕੋਸ਼ਿਸ਼ ਕਰਦਾ ਕਿ ਸਿੱਧੇ ਹਾਈ ਕੋਰਟ ਤੋਂ ਆਰਡਰ ਲੈ ਲਈ। ਨਜ਼ਰ ਆਉਂਦਾ, ਨਾਲੇ ਤੁਹਾਨੂੰ ਵੀ ਉਹ ਹੁੰਦਾ ਨਾ ਜੀ, ਉਹ ਪੈਨ ਜਿਹੜਾ ਹੈ ਉਹਦੇ 'ਚ ਕਰੰਟ ਬਹੁਤ ਹੁੰਦਾ। ਉਹ ਤਾਂ ਉਹ ਕਰੰਟ ਜਿਹੜਾ ਉੱਥੇ ਤੁਸੀਂ ਵਰਤ ਲੈਂਦੇ, ਅਗਲੇ ਨੂੰ ਲੱਗਦਾ ਵੀ ਦੇਖੋ ਹਾਈ ਕੋਰਟ ਨੇ ਕਮਾਲ ਕਰਤੀ। ਐਕਚੁਅਲੀ ਇੱਕ ਨਾ ਡੋਂਟ ਮਾਈਂਡ, ਇਹ ਜਿਹੜਾ ਲੋਕਾਂ ਦਾ ਕਹਿਣਾ ਹੈ ਨਾ ਕਿ ਲੋਕਪਾਲ ਤਾਂ ਰਬੜ ਸਟੈਂਪ ਹੈ, ਲੋਕਪਾਲ ਤਾਂ ਰਬੜ ਸਟੈਂਪ ਹੈ, ਉਹ ਇੱਕ ਗੱਲ ਨੂੰ ਡੈਮੇਜ ਕਰਦੀ ਹੈ। ਕਈ ਤੁਹਾਨੂੰ ਹੈਰਾਨਗੀ ਹੋਗੀ, ਤੁਹਾਨੂੰ ਪਤਾ MLA ਜੀ ਤੇ ਐਕਸ ਮਿਨਿਸਟਰ, ਚੀਫ ਮਿਨਿਸਟਰ ਨੂੰ ਸਾਨੂੰ ਵਾਰੰਟ ਨਾਲ ਬੁਲਾਉਣਾ ਪਿਆ, ਇਹ ਅਵੇਲੇਬਲ ਵਾਰੰਟ ਇਸ਼ੂ ਕਰਕੇ ਬਣਾਉਣਾ ਪਿਆ, ਕਿਉਂਕਿ ਲੋਕ ਸਮਝਦੇ ਸੀ ਇੱਥੇ ਕੀ ਫਰਕ ਪੈਂਦਾ, ਨਾ ਬਾਦਰ ਕਰੋ। ਅੱਛਾ ਜੀ, ਤੇ ਅਵੇਲੇਬਲ ਵਾਰੰਟ ਇਸ਼ੂ ਕੀਤੇ ਤਾਂ ਆ ਕੇ ਪੇਸ਼ ਹੋਏ। ਜਦੋਂ ਕਿੰਨਾਂ ਨੂੰ ਬੁਲਾਇਆ ਸਰ? ਇਹ ਨਹੀਂ ਦੱਸਣਾ। ਨਹੀਂ, ਕਿ ਐਕਸ CM ਵੀ ਸੀ ਕੋਈ? ਮਤਲਬ ਬੰਦੇ ਸੀਗੇ, ਮਤਲਬ ਉਹ ਤੋਂ ਉਹਨਾਂ ਨੂੰ ਅੱਛਾ ਦੇਖੋ ਅਵੇਲੇਬਲ ਵਾਰੰਟ ਇਸ਼ੂ ਕੀਤੇ, ਫਿਰ ਆ ਕੇ ਐਕਸਪਲੇਨੇਸ਼ਨ ਉਹਨਾਂ ਦਿੱਤੀ ਜੀ ਸਾਨੂੰ ਤਾਂ ਪਤਾ ਨਹੀਂ, ਸਾਡੇ ਕੋਲ ਆਇਆ ਨਹੀਂ ਜੀ, ਅਸੀਂ ਕਿਤੇ ਹੋਰ ਸੀਗੇ, ਇਹ ਕਰਕੇ ਕੀਤੇ। ਉਹ ਫਿਰ ਉਹਨਾਂ ਨੂੰ ਪਤਾ ਲੱਗਾ ਹੈ ਪਾਵਰ, ਫਿਰ ਉਹਨਾਂ ਨੇ ਵੱਡੇ ਵੱਡੇ ਵਕੀਲ ਪੇਸ਼ ਕੀਤੇ ਆਪਣੀ ਡਿਫੈਂਸ ਲਈ, ਮੰਨੇ ਸੀਨੀਅਰ ਐਡਵੋਕੇਟ। ਐਕਚੁਅਲੀ ਇਹ ਕੰਸੈਪਟ ਜਿਹੜੀ ਉਹ ਡੈਮੇਜ ਕਰਦੀ ਜ਼ਿਆਦਾ, ਕਿ ਇਹ ਤਾਂ ਰਬੜ ਸਟੈਂਪ ਹੈ, ਕੀ ਫਰਕ ਪੈਂਦਾ, ਜਾਓ ਨਾ ਜਾਓ, ਇਹ ਕੀ ਕਰ ਲੂਗਾ ਸਾਡਾ। ਨਹੀਂ, ਪਰ ਜਿਹੜੀ ਤੁਸੀਂ ਇਹ ਗੱਲ ਦੱਸ ਰਹੇ ਜੇ, ਜਦੋਂ ਲੋਕ ਪੰਜਾਬ ਦੇ ਸੁਣਨਗੇ ਤੇ ਮੈਨੂੰ ਲੱਗਦਾ ਸ਼ਿਕਾਇਤਾਂ ਵੀ ਵਧਣਗੀਆਂ ਵੀ ਕੋਈ ਬੰਦਾ ਤੇ ਬੈਠਾ ਉੱਥੇ, ਹਾਂ ਉਹ ਜਿਹੜਾ ਵਾਰੰਟ ਵੀ ਜਾਰੀ ਕਰ ਸਕਦਾ। ਹਾਂ, ਵਾਰੰਟ ਜਾਰੀ ਕਰ ਸਕਦੇ ਸੀ, ਬੰਦੇ ਦੀ ਪੇਸ਼ੀ ਕਰਾ ਸਕਦੇ ਹਾਂ, ਉਹ 'ਚ ਕੋਈ ਹੋਰ। ਤਾਂ ਤੁਹਾਨੂੰ ਗੱਲ ਦੱਸਿਆ ਕਿ ਜਿਹੜੀ ਪਾਵਰ ਐਕਸਰਸਾਈਜ਼ ਕਰਨੀ ਹੈ, ਐਪਰੈਂਟ ਨਹੀਂ ਲੱਗਦੀ, ਇਨਡਾਇਰੈਕਟਲੀ ਤਾਂ ਕਰ ਹੀ ਸਕਦੇ ਹਾਂ। ਸਪੋਜ਼ਿੰਗ ਸਾਨੂੰ ਲੱਗੇ ਕਿ ਇਹਨੇ ਗਲਤ ਕੀਤਾ ਹੈ ਮਿਨਿਸਟਰ ਦੇ ਕਹਿਣ 'ਤੇ ਜਾਂ ਉਹਦੇ ਕਹਿਣ 'ਤੇ, ਅਸੀਂ ਉਹਨੂੰ ਐਜ ਗਵਾਹ ਤਾਂ ਬੁਲਾ ਹੀ ਸਕਦੇ ਨਾ, ਕਿ ਸਟੇਟਮੈਂਟ ਦੇ ਆਪਣੀ ਕਿ ਇਹ ਤੂੰ ਕਿੱਦਾਂ ਕੀਤਾ। ਉਹਦੇ 'ਚ ਤਾਂ ਨਹੀਂ ਰੋਕ ਸਕਦੇ, ਉਹਦੇ ਖਿਲਾਫ ਇਨਕੁਆਇਰੀ ਨਹੀਂ ਕਰ ਸਕਦੇ। ਜੇ ਸਾਨੂੰ ਜ਼ਿਆਦਾ ਲੱਗੇ ਕਿ ਬਹੁਤ ਗੜਬੜ ਆ ਤਾਂ ਉਹ ਅੱਗੇ ਰਿਕਮੈਂਡ ਤਾਂ ਉਹਨਾਂ ਦੇ ਡਿਪਾਰਟਮੈਂਟ ਨੂੰ ਤਾਂ ਕਰ ਹੀ ਸਕਦੇ ਨਾ, ਇਹ ਦੇਖੋ ਕੀ ਹੋਇਆ। ਵੈਸੇ ਜਵਾਬ ਥੋੜਾ ਸਵਾਲ ਤਿੱਖਾ ਹੋਊਗਾ, ਜਿਹੜੀ ਸਰਕਾਰ ਜਸਟਿਸ ਵਿਨੋਦ ਸ਼ਰਮਾ ਜੀ ਨੂੰ ਲੋਕਪਾਲ ਨਿਯੁਕਤ ਕਰਦੀ ਹੈ, ਜਦੋਂ ਉਸ ਸਰਕਾਰ ਦੇ
ਮੰਤਰੀਆਂ ਵਿਧਾਇਕਾਂ ਵਿਰੁੱਧ ਕਾਰਵਾਈ ਕਰਨਗੇ ਸ਼ਰਮਾ ਜੀ, ਤੇ ਕਿਤੇ ਨਾ ਕਿਤੇ ਦਬਾਅ ਤੇ ਹੁੰਦਾ ਹੀ ਹੋਊਗਾ। ਬਿਲਕੁਲ ਨਹੀਂ, ਇਸ ਹਿਸਾਬ ਨਾਲ ਤੇ ਹਾਈ ਕੋਰਟ ਦਾ ਜੱਜ ਕੰਮ ਹੀ ਨਹੀਂ ਕਰ ਸਕਦਾ। ਉਹ ਦੂਜੀ ਗੱਲ ਇਹ ਹੈ, ਸਰਕਾਰ ਤਾਂ ਲਾਂਦੀ ਨਹੀਂ ਹੈ ਇਹਦੇ ਸਰਕਾਰ ਹੀ ਵਿੱਚ। ਲਾਉਂਦੀ ਜੀ। ਕਿੱਥੇ ਸਰਕਾਰ ਕਿੱਥੇ ਲਾਂਦੀ? ਉਹ ਐਕਟ 'ਚ ਲਿਖਿਆ ਹੈ ਚੀਫ ਮਿਨਿਸਟਰ, ਸਪੀਕਰ ਤੇ ਚੀਫ ਜਸਟਿਸ ਆਫ ਹਾਈ ਕੋਰਟ, ਨਹੀਂ, ਇਹ ਕਮੇਟੀ ਤਿੰਨਾਂ ਸਿਲੈਕਟ ਕਰਦੇ ਆ। ਮੁੱਖ ਮੰਤਰੀ, ਸਪੀਕਰ ਤੇ ਸਰਕਾਰ ਹੋ ਗਏ ਜੀ। ਉਹ ਸਰਕਾਰ ਹੋ ਗਏ ਤਾਂ ਹਾਈ ਕੋਰਟ ਦਾ ਉਹਦੀ ਪਾਵਰ ਹੈ। ਮੈਜੋਰਟੀ ਤੇ ਫਿਰ ਉਧਰ ਹੀ ਹੋ ਗਈ। ਮੈਜੋਰਟੀ ਨਾਲ ਨਹੀਂ ਹੁੰਦਾ ਨਾ, ਤਿੰਨਾਂ ਚੋਂ ਇੱਕ ਵੀ ਨਾ ਕਰ ਦੇਵੇ ਤਾਂ ਨਹੀਂ ਅੱਛਾ ਹੋਊਗਾ। ਤੇ ਸਾਡੇ ਤੋਂ ਪਹਿਲੋਂ ਕੇਸ ਰਿਜੈਕਟ ਹੋਏ ਆ। ਇਹ ਪਤਾ ਲੱਗਾ ਹੈ ਕੋਈ ਰਿਜੈਕਟ ਵੀ ਹੋਏ ਸੀ ਹਾਈ ਕੋਰਟ ਵੱਲੋਂ। ਨਹੀਂ, ਹਾਈ ਕੋਰਟ ਵੱਲੋਂ ਰਿਜੈਕਟ ਹੋਏ ਸੀ। ਇਹਨਾਂ ਨੇ ਚੀਫ ਮਿਨਿਸਟਰ ਨੇ ਭੇਜੇ ਸੀਗੇ, ਸਪੀਕਰ ਨੇ ਭੇਜੇ ਸੀ, ਹਾਈ ਕੋਰਟ ਦੇ ਚੀਫ ਜਸਟਿਸ ਨਹੀਂ ਮੰਨਿਆ, ਉਹਨੇ ਰਿਜੈਕਟ ਕਰ ਦਿੱਤਾ। ਇਹਦਾ ਮਤਲਬ ਹਾਈ ਕੋਰਟ ਦੇ ਚੀਫ ਜਸਟਿਸ ਜੇ ਨਾ ਕਰ ਦੇਣ ਤੇ ਨਾ ਹੀ ਹੈ। ਫਿਰ ਨਾ ਹੀ ਹੈ। ਇਦਾਂ ਦੀ ਇਹ ਗੱਲ ਹੈ ਨਹੀਂ ਕਿ ਅਸੀਂ ਦੋ ਆਇਆ ਤਾਂ ਤੂੰ ਇਕੱਲਾ ਆ, ਇਦਾਂ ਦਾ ਕੋਈ ਗੱਲ ਨਹੀਂ। ਇਹ ਤਾਂ ਵੱਡੀ ਗੱਲ ਹੈ। ਹਾਂ, ਤਿੰਨਾਂ ਦੀ ਹੈ। ਤਾਂ ਇਸੇ ਲਈ ਤਾਂ ਲੋਕਪਾਲ ਦੇ ਉੱਤੇ ਇਹਨਾਂ ਦੀ ਅਥਾਰਟੀ ਕੋਈ ਨਹੀਂ ਨਾ। ਇਹ ਤਾਂ ਹੈ ਨਹੀਂ ਕਿ ਉਹ ਕਹੇ ਜੀ ਮੈਂ ਬਣਾਇਆ ਸੀ, ਵੀ ਤੂੰ ਕੀ ਬਣਾਇਆ ਜੇ ਚੀਫ ਜਸਟਿਸ ਕਹਿ ਦਿੰਦਾ ਮੈਂ ਨਹੀਂ ਬਣਾਉਂਦਾ। ਓਕੇ, ਇਸ ਕਰਕੇ ਉਹ ਨਹੀਂ ਹੈ ਗੱਲ, ਉਹ ਪ੍ਰਭਾਵ ਨਹੀਂ ਹੈਗਾ। ਉਹ ਪ੍ਰਭਾਵ ਇੱਕ ਸ਼ਰਮਾ ਜੀ ਥੋੜਾ ਜਿਹਾ ਤੁਸੀਂ ਬਰੀਫ ਕਰੋ। ਵੈਸੇ ਤਾਂ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਹੁਣ ਬਹੁਤ ਕੰਪਲੇਂਟਾਂ ਢੇਰਾਂ ਦੇ ਢੇਰ ਆਉਣਗੇ। ਥੋੜਾ ਕੰਪਲੇਂਟ ਦੇਣੀ ਕਿਵੇਂ ਹੈ ਇਹ ਲੋਕਾਂ ਨੂੰ? ਇਹ ਜਿਹੜੀ ਉਹ ਚ ਨਾ ਇਹ ਦੂਜੀ ਪ੍ਰੋਬਲਮ ਸੀ। ਬਿਲਕੁਲ ਠੀਕ ਸਵਾਲ ਪੁੱਛਿਆ। ਪ੍ਰੋਬਲਮ ਕੰਪਲੇਂਟਾਂ ਬਾਰੇ ਇਹ ਹੈ, ਲੋਕ ਪਤਾ ਕੀ ਕਰ ਰਹੇ ਆ, ਉਹ ਚਿੱਠੀ ਲਿਖ ਦਿੰਦੇ। ਜਿਹੜਾ ਐਕਟ ਹੈ ਉਹਦੇ ਵਿੱਚ ਲਿਖਿਆ ਹੈ ਕਿ ਕੰਪਲੇਂਟ ਇਸ ਫਾਰਮ 'ਚ ਦਿਓ, ਉਹਦੇ ਨਾਲ ਐਫੀਡੇਵਿਟ ਦਿਓ ਤੇ ਨਾਲ 1000 ਰੁਪਇਆ ਫੀਸ ਦਿਓ। ਇਹ ਮੈਂਡੇਟਰੀ ਹੈ ਹਾਈ ਐਕਟ ਦੇ ਮੁਤਾਬਿਕ। ਜਦ ਤੱਕ ਤੁਸੀਂ ਇਹ ਤਿੰਨ ਨਹੀਂ ਕਰਦੇ, ਲੋਕਪਾਲ ਨਹੀਂ ਕਰ ਸਕਦਾ, ਕਿਉਂਕਿ ਐਕਟ ਦੇ ਖਿਲਾਫ ਹੋ ਜਾਊਗਾ। ਉਹ ਕੰਪਲੇਂਟ ਐਲੀਜੀਬਲ ਨਹੀਂ ਹੋਊਗੀ। ਇਸ ਕਰਕੇ ਐਸੀ ਕੀ ਕੀਤਾ ਹੋਈ, ਜਿਹੜੇ ਡਰਾਫਟ ਰੂਲ ਐਸੀ ਕਰਕੇ ਬਣਾਇਆ, ਉਹਦੇ ਵਿੱਚ ਸੈਂਪਲ ਬਣਾਤਾ ਕਿ ਕੰਪਲੇਂਟ ਕਿੱਦਾਂ ਦੇਣੀ ਹੈ, ਐਫੀਡੇਵਿਟ ਕਿੱਦਾਂ ਲਾਣਾ। ਇਸ ਫਾਰਮ 'ਚ ਤੁਹਾਨੂੰ ਭੇਜੋ, ਓਕੇ, ਜਿਹੜਾ ਐਕਸ਼ਨ ਲੈ ਲਵੇ। ਉਹ ਐਫੀਡੇਵਿਟ ਇਸ ਕਰਕੇ ਜ਼ਰੂਰੀ ਆ ਕਿਉਂਕਿ ਤੁਹਾਨੂੰ ਹੈਰਾਨਗੀ ਹੋਊਗੀ, ਕਈ ਕੇਸਾਂ 'ਚ ਇੱਦਾਂ ਹੋਇਆ ਕਿ ਜਿੱਦਾਂ ਕੰਪਲੇਂਟ ਆ ਗਈ, ਲੱਗੀ ਜੈਨੂਅਨ ਹੈ, ਕੰਪਲਾਈ ਵਿਦ ਹੈ ਨਹੀਂ, ਐਫੀਡੇਵਿਟ ਹੈ ਨਹੀਂ। ਕਿਉਂਕਿ ਐਫੀਡੇਵਿਟ ਇਸ ਕਰਕੇ ਜ਼ਰੂਰੀ ਹੈ ਕਿ ਐਕਟ 'ਚ ਇਹ ਵੀ ਪ੍ਰੋਵੀਜ਼ਨ ਹੈ ਕਿ ਜੇ ਐਵੇਂ ਕੋਈ ਝੂਠੀ ਕੰਪਲੇਂਟ ਕਰ ਦੇਵੇ ਤਾਂ ਉਹਦੇ ਤੇ ਬਲੈਕਮੇਲਰ ਹੁੰਦੇ ਆ, ਬਲੈਕਮੇਲਰ ਹੁੰਦੇ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਓਕੇ, ਤੇ ਜੇ ਐਫੀਡੇਵਿਟ ਦੇ ਕੇ ਕੰਪਲੇਂਟ ਕਰੂਗਾ ਤੇ ਉਹ ਵੀ ਜਵਾਬਦੇਹ ਹੋਊਗਾ। ਉਹ ਜਵਾਬਦੇਹੀ ਹੋਵੇ, ਉਹ ਬਾਅਦ 'ਚ ਤਾਂ ਮੁੱਕਰ ਜਾਊਗਾ। ਹੁਣ ਕਈ ਕੇਸਾਂ 'ਚ ਘੱਟੋ ਘੱਟ 50 ਕੇਸ ਇੱਦਾਂ ਦੇ ਨਿਕਲੇ ਆ ਜਿਨ੍ਹਾਂ ਨੂੰ ਚਿੱਠੀ ਲਿਖੀ ਗਈ ਕਿ ਤੁਸੀਂ ਇਹ ਕੰਪਲਾਈ ਵਿਦ ਕਰੋ, ਆਓ, ਤੇ ਰਿਪੋਰਟ ਆਈ ਹੈ ਕਿ ਇੱਦਾਂ ਨਾਂ ਦਾ ਬੰਦਾ ਹੀ ਕੋਈ ਨਹੀਂ ਉੱਥੇ। ਅੱਛਾ ਜੀ, ਫਰਜ਼ੀ ਨਾਂ ਤੇ ਕੰਪਲੇਂਟ ਕਰ ਦਿੰਦੇ। ਓਕੇ, ਇਹੋ ਜਿਹੇ ਮਾਮਲੇ 'ਚ ਕੋਈ FIR ਨਹੀਂ ਕੋਈ ਦਰਜ ਕਰਾਈ ਤੇ? ਨਹੀਂ, ਉਹ ਫਿਰ FIR ਤਾਂ ਕੀ ਦਰਜ ਕਰਾਣੀ, ਐਕਸ਼ਨ ਨਹੀਂ ਲੈਂਦੇ, ਫਾਈਲ ਕਰ ਦਿੰਦੇ, ਫਾਈਲ ਕਰ ਦਿੰਦੇ ਕਿ ਉਸ ਕਰਕੇ। ਸ਼ਰਮਾ ਜੀ, ਇੱਕ ਤੁਹਾਡਾ ਦੂਸਰਾ ਰੂਪ ਵੀ ਦੇਖਿਆ ਬੜਾ ਚਰਚਿਤ ਹੈ ਵੀ ਤੁਸੀਂ ਆਪਣਾ ਜਨਮ ਦਿਨ ਬੜੇ ਵੱਖਰੇ ਰੂਪ 'ਚ ਮਨਾਉਂਦੇ ਜੇ। ਤੁਸੀਂ ਰੋਜ਼ ਗਾਰਡਨ ਸੈਰ ਕਰਨ ਜਾਂਦੇ ਜੇ, ਜਦੋਂ ਜਨਮ ਦਿਨ ਹੁੰਦਾ ਹੈ ਤੇ ਉੱਥੇ ਸੜਕ ਕਿਨਾਰੇ ਇੱਕ ਟੱਬ ਰੱਖ ਦਿੰਦੇ ਜੇ, ਉਹਦੇ 'ਚ ਲੱਸੀ ਤੇ ਦੁੱਧ ਤੇ ਨਾਲ ਤੁਸੀਂ ਇੱਕ ਛਾਬੜੀ ਵਾਲਾ ਬੁਲਾਉਂਦੇ ਜੇ, ਕੁਲਚੇ ਛੋਲੇ। ਉਹ ਕੀ ਕਨਸੈਪਟ ਹੈ? ਉਹ ਤਾਂ ਇੱਕ ਕਨਸੈਪਟ ਇਹ ਹੈ ਕਿ ਸ਼ਾਮ ਨੂੰ ਕਰਦਾ ਮੈਂ ਗ੍ਰੈਂਡ ਪਾਰਟੀ ਕਿਸੇ ਹੋਟਲ 'ਚ। ਅੱਛਾ ਜੀ। ਤੇ ਜਿਹੜੀ ਜਨਰਲ ਪਬਲਿਕ ਹੈ ਉਹਨਾਂ ਲਈ ਕਨਸੈਪਟ ਚਲੀ, ਉਹ ਜਿਹੜੇ ਸੈਰ ਕਰਦੇ ਨਾਲ ਦੋਸ਼ਿਆਰ ਹੈ, ਉਹਨਾਂ ਨੇ ਕਿਹਾ ਜੇ ਇੱਥੇ ਵੀ ਕੁਝ ਕਰੀਏ। ਉਹ ਅੱਛਾ, ਇੱਦਾਂ ਕਰਦੇ ਆ, ਛੋਲੇ ਕੁਲਚੇ ਖਿਲਾ ਦਿੰਦੇ ਲੋਕਾਂ ਨੂੰ, ਲੱਸੀ ਪਿਲਾ ਦਿੰਦੇ ਸਵੇਰੇ, ਤੇ ਉਸ ਕਰਕੇ ਕਰਦੇ। ਨਹੀਂ, ਮੈਂ ਦੇਖਿਆ ਵੀ ਤੁਸੀਂ ਸੜਕ ਤੋਂ ਜਾਂਦੇ ਲੋਕਾਂ ਨੂੰ ਵੀ ਕਹਿੰਦੇ ਵੀ ਮੇਰਾ ਜਨਮ ਦਿਨ ਮਨਾਓ, ਵੀ ਲੱਸੀ ਪੀਓ। ਇਸੇ ਕਰਕੇ ਕਰਦੇ ਕਿ ਚਲੋ ਖੁਸ਼ੀ ਆ ਵੰਡ ਲਓ, ਕਹਿੰਦੇ ਖੁਸ਼ੀ ਵੰਡਣ ਤੇ ਜ਼ਿਆਦਾ ਹੋ ਜਾਂਦੀ ਨੇ। ਪਰ ਮੈਂ ਇੱਕ ਵਾਰੀ ਦੇਖਿਆ ਉਹ ਜਿਹੜਾ ਤੁਹਾਡੇ ਛੋਲੇ ਕੁਲਚਿਆਂ ਵਾਲਾ ਕਨਸੈਪਟ ਸੀ ਵੀ ਉਹ ਕੀ ਕਹਿੰਦੇ ਹੁੰਦੇ ਆ, ਵੱਡੇ ਪਤੀਲੇ ਵਾਲਾ, ਸਾਈਕਲ ਤੇ ਸ਼ਾਇਦ ਸੀ ਉਹ ਸਾਈਕਲ ਤੇ ਆਉਂਦਾ, ਸਾਈਕਲ ਤੇ ਉਹ ਸਪੈਸ਼ਲੀ ਸਾਡਾ ਇੱਕ ਬੰਦਾ ਜਾ ਕੇ ਪਹਿਲਾਂ ਉਹਦਾ ਪਤੀਲਾ ਦੇਖਦਾ ਚੰਗੀ ਤਰ੍ਹਾਂ ਸਾਫ਼ ਹੋਇਆ ਕਿ ਨਹੀਂ, ਫਿਰ ਉਹਨੂੰ ਕਹਿੰਦਾ ਜੀ ਮਾਲ ਚੰਗਾ ਲਈ, ਅੱਛਾ, ਚਨੇ ਜੋ ਵੀ ਲੈਂਦਾ ਉਹ ਵਧੀਆ ਉੱਥੋਂ ਲੈ, ਤੂੰ ਪੈਸੇ ਸਾਡੇ ਤੋਂ 500 ਜ਼ਿਆਦਾ ਲੈ ਲਈ ਪਰ ਚੰਗਾ ਸਮਾਨ ਖਿਲਾਈ।
ਪਰ ਉਹ ਹਿੱਟ ਹੈ, ਲੋਕੀ ਖੁਸ਼ ਹੁੰਦੇ ਆ। ਪਰ ਮੈਂ ਇਸੇ ਕਰਕੇ ਮੈਂ ਗੱਲ ਕਰ ਰਿਹਾ ਕਿਉਂਕਿ ਜੱਜ ਦਾ ਤੇ ਰੁਤਬਾ ਹੀ ਬੜਾ ਹੁੰਦਾ, ਕਹਿੰਦੇ ਜੱਜ ਤੇ ਲੱਕੜ ਹੁੰਦੇ ਆ, ਆਮ ਬੰਦੇ ਨਾਲ ਬੋਲਦੇ ਹੀ ਨਹੀਂਗੇ। ਪਰ ਜਦੋਂ ਉੱਥੇ ਸੜਕ ਤੇ ਤੁਸੀਂ ਜਨਮ ਦਿਨ ਮਨਾਉਂਦੇ ਤਾਂ ਲੱਗਦਾ ਨਹੀਂ ਕਿ ਯਾਰ ਮੈਂ ਤਾਂ ਬਹੁਤ ਵੱਡਾ ਜੱਜ ਆ। ਇੱਕ ਤਾਂ ਗੱਲ ਇਹ ਗਲਤ ਹੈ ਕਿ ਹੁਣ ਜੱਜ ਕਿੱਥੇ ਹੈ? ਨਹੀਂ, ਹੁਣ ਜੱਜ ਤਾਂ ਤੇ ex ਜੱਜ ਜੱਜ ਹੈ, ਹੁਣ former ਤੇ ਉਸ ਜੱਜ ਤੋਂ ਵੱਡੇ ਜਿਹੜੇ ਲੋਕਪਾਲ ਦੇ ਸਾਰੇ ਪੰਜਾਬ ਦੇ ਮਾਲਕ ਨੇ ਤੁਸੀਂ। ਲੋਕਪਾਲ ਹੈਗਾ, ਫਾਰਮਰ ਜੱਜ ਹੈ। ਦੇਖੋ ਜੀ, ਆਪਣੀ ਆਪਣੀ ਕੰਸੈਪਟ ਹੁੰਦੀ ਹੈ। ਹੁਣ ਅੰਦਰਲੀ ਗੱਲ ਦੱਸ ਦਵਾਂ, ਮੇਰੀ ਬੈਕਗ੍ਰਾਉਂਡ ਹੈ, ਫਾਦਰ ਵਗੈਰਾ ਸਾਰੇ ਫੌਜੀ ਸੀ। ਅੱਛਾ ਜੀ। ਤੇ ਮੈਂ ਇਸ ਪ੍ਰੋਫੈਸ਼ਨ 'ਚ ਇਕੱਲਾ ਆਇਆ ਪਹਿਲੀ ਵਾਰੀ। ਅੱਛਾ। ਤੇ ਮੈਨੂੰ ਸੁਪਰਫਿਸ਼ੀਅਲੀ ਗੱਲਾਂ ਪਤਾ ਸੀਗੀਆਂ ਕਿ ਉਹ ਸੀ ਕਿ ਵਕੀਲ ਨੂੰ ਵੀ ਕਹਿੰਦੇ ਜੀ ਉਹ ਵੀ ਅਫਸਰ ਆਫ ਦਾ ਕੋਰਟ ਹੈ ਤੇ ਜੱਜ ਵੀ ਅਫਸਰ ਆਫ ਦਾ ਕੋਰਟ ਹੈ। ਤੁਸੀਂ ਆਪਣਾ ਕੰਮ ਕਰਦੇ, ਜੱਜ ਆਪਣਾ ਕੰਮ ਕਰਦਾ। ਤੇ ਤੁਸੀਂ ਹੈਰਾਨ ਹੋਊਗੇ ਕਿ ਇੰਨੇ ਸਾਲ ਪ੍ਰੈਕਟਿਸ ਕੀਤੀ ਤੇ ਚੰਗੀ ਪ੍ਰੈਕਟਿਸ ਕੀਤੀ ਨਾ ਸੀਗਾ। ਮੈਂ ਇਹੀ ਸਮਝਦਾ ਰਿਹਾ ਕਿ ਜੱਜ ਸਿਰਫ ਜਜਮੈਂਟਾਂ ਲਿਖਾਉਂਦੇ ਆ, ਹੋਰ ਕੀ ਕਰ ਸਕਦੇ? ਕਿਉਂ ਜੀ? ਪਾਵਰ ਵਕੀਲਾਂ ਕੋਲ ਹੁੰਦੀ ਹੈ। ਪਾਵਰ ਵਕੀਲਾਂ ਕੋਲ ਹੁੰਦੀ ਨਹੀਂ, ਵਕੀਲ ਨੇ ਪੁੱਟ ਅਪ ਕਰਨਾ ਨਾ, ਉਹਦੇ ਗੱਲ ਖਤਮ ਕਰਕੇ। ਉਹ ਤਾਂ ਜੱਜ ਬਣ ਕੇ ਦੇਖਿਆ ਕਿ ਤੁਹਾਡੇ ਕੋਲ ਐਡਮਿਨਿਸਟ੍ਰੇਟਿਵ ਪਾਵਰਾਂ ਵੀ ਹੈ, ਉਹ ਦੂਜੀ ਪਾਵਰ ਵੀ ਹੈ, ਤੁਸੀਂ ਡਿਸਟ੍ਰਿਕਾਂ 'ਚ ਵੀ ਐਕਸਰਸਾਈਜ਼ ਕਰਦੇ ਪਾਵਰ। ਤੇ ਉਹ ਜਿਹੜੀਆਂ ਗੱਲਾਂ ਮੈਂ ਓਨੈਸਟਲੀ ਦੱਸ ਰਿਹਾ। ਤੇ ਇਸ ਕਰਕੇ ਮੈਂ ਜੱਜ ਬਣ ਕੇ ਵੀ ਰੈਦਰ ਕਈ ਜੱਜਾਂ ਨੂੰ ਮੈਂ ਚੇਂਜ ਕੀਤਾ। ਇਸ ਕਰਕੇ ਚੇਂਜ ਕੀਤਾ ਕਿ ਜੇ ਆਪਣੀ ਗਰਦਨ ਆਕੜ ਗਈ ਨਾ ਕੁਰਸੀ ਤੇ ਬੈਠੇ, ਰਿਟਾਇਰ ਹੋ ਕੇ ਕਿਸੇ ਨੇ ਨਹੀਂ ਪੁੱਛਣਾ। ਸ਼ਰਮਾ, ਚੱਲਦੇ ਕੋਈ ਬਤੌਰ ਹਾਈ ਕੋਰਟ ਦੇ ਜੱਜ ਕੋਈ ਇਦਾਂ ਦਾ ਫੈਸਲਾ ਜਾਂ ਇਦਾਂ ਦੇ ਕੋਈ ਤੱਥ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਹੈ? ਉਹ ਤਾਂ ਬਹੁਤ ਜ਼ਿਆਦਾ। ਤੁਸੀਂ ਕਿਸ ਗੱਲ ਬਾਰੇ ਪੁੱਛਣਾ ਚਾਹੁੰਦੇ? ਮਜ਼ਾਕ ਦੱਸ ਦੇਵਾਂ? ਹਾਂ, ਮਜ਼ਾਕ ਦੱਸ ਦਿਓ। ਮੈਂ ਮਦਰਾਸ ਹਾਈ ਕੋਰਟ 'ਚ ਸੀਗਾ। ਅੱਛਾ ਜੀ। ਤੇ ਉਹ ਨਾ ਮਦਰਾਸ ਦੇ ਜਿਹੜੇ ਵਕੀਲ ਹੈ ਨਾ, ਉਹ ਮਜ਼ਾਕ ਨਹੀਂ ਸਮਝਦੇ। ਪੰਜਾਬ ਦੇ ਤਾਂ ਸਮਝ ਜਾਂਦੇ ਸੀ ਕਿ ਲਾਈਟ ਮੂਡ 'ਚ ਜੱਜ ਨੇ ਮਜ਼ਾਕ ਕਰ ਲਿਆ, ਕੁਝ ਕਰ ਲਿਆ। ਤੇ ਮੇਰੇ ਕੋਲ ਕੇਸ ਆ ਗਿਆ ਇੱਕ, ਉਹ ਬੰਦੇ ਨੇ ਅਰਜੀ ਦਿੱਤੀ ਕਿ ਇੰਜੈਕਸ਼ਨ ਗ੍ਰਾਂਟ ਕਰ ਦਿਓ ਬੈਂਕ ਦੇ ਖਿਲਾਫ ਕਿ ਇਹ 2 ਕਰੋੜ ਰੁਪਇਆ ਮੇਰਾ ਯੂਜ਼ ਨਾ ਕਰਨ। ਮੈਂ ਉਹ ਪੜ੍ਹਿਆ, ਮੈਂ ਕਿਹਾ ਹੁਣ ਇਹਨੂੰ ਕੀ ਦੱਸਾਂ ਕਿ ਇਹ ਕੀ ਅਰਜੀ ਦਿੱਤੀ ਤੂੰ? ਮੈਂ ਮਜ਼ਾਕ ਸੁਣਿਆ, ਮੈਂ ਕਿਹਾ ਸਾਡੇ ਪੰਜਾਬ 'ਚ ਇੱਕ ਕਹਾਵਤ ਹੈ ਕਿ ਬੰਤਾ ਸਿੰਘ 10,000 ਰੁਪਇਆ ਜਮ੍ਹਾਂ ਕਰਾਉਣ ਚਲੇ ਗਿਆ ਬੈਂਕ 'ਚ। ਉਹ ਬੈਂਕ ਦਾ ਕੈਸ਼ੀਅਰ ਦੇਖ ਕੇ ਕਹਿੰਦਾ ਇਹ ਤਾਂ ਨਕਲੀ ਹੈ। ਮੈਂ ਕਿਹਾ ਬੰਤਾ ਸਿੰਘ ਕਹਿੰਦਾ ਤੈਨੂੰ ਕੀ ਫਰਕ ਪੈਂਦਾ, ਮੇਰੇ ਅਕਾਊਂਟ 'ਚ ਜਾ ਰਿਹਾ। ਤੇ ਉੱਦਾਂ ਹੀ ਮੈਂ ਕਿਹਾ ਤੇਰਾ 2 ਕਰੋੜ ਬੈਂਕ 'ਚ ਲੱਗ ਪਿਆ ਰਹੂਗਾ। ਤੇ ਅੱਗਿਓਂ ਜਵਾਬ ਦਿੰਦਾ, ਮਾਈ ਲਾਡ ਇੱਥੇ ਕੋਈ ਬੰਤਾ ਸਿੰਘ ਨਹੀਂ ਹੈ। ਏਦਾਂ ਦੇ ਲਾਈਟ ਜਿਹੜੀਆਂ ਗੱਲਾਂ ਨਾ ਉਹ ਯਾਦ, ਉਹ ਤੁਸੀਂ ਮਤਲਬ ਵੀ ਜੱਜ ਦੀ ਚੇਅਰ ਤੇ ਬੈਠ ਕੇ ਵੀ ਕਰ ਲੈਂਦੇ ਸੀ। ਉਹ ਮਤਲਬ ਉਹਨਾਂ ਇੱਕ ਫਾਇਦਾ ਜੋ ਮੇਰੀ ਸੋਚ ਹੈ, ਗਲਤ ਵੀ ਹੋ ਸਕਦੀ ਹੈ, ਸਭ ਦੀ ਆਪਣੀ ਸੋਚ ਹੁੰਦੀ ਹੈ, ਕਿ ਜੇ ਤੁਸੀਂ ਆਪਣਾ ਕੋਰਟ ਦਾ ਪ੍ਰੋਸੀਡਿੰਗ ਲਾਈਟ ਰੱਖੋ ਨਾ, ਤਾਂ ਜਿਹੜੇ ਯੰਗਸਟਰ ਹੈ ਨਾ, ਉਹਨਾਂ ਦੀ ਜਿਹੜਾ ਕੈਲੀਬਰ ਹੈ ਨਾ, ਉਹ ਬਾਹਰ ਨਿਕਲਦਾ। ਉਹਨਾਂ ਦਾ ਡਰ ਖਤਮ ਹੁੰਦਾ ਕਿ ਅਸੀਂ ਬੋਲਡਲੀ ਬੋਲ ਸਕਦੇ। ਨਹੀਂ ਤਾਂ ਜਿਹੜੇ ਜੱਜ ਜ਼ਿਆਦਾ ਗੁੱਸੇ ਵਾਲੇ ਜਾਂ ਉੱਦਾਂ ਹੁੰਦੇ ਆ, ਉਹਨਾਂ ਦੀ ਕੋਰਟ 'ਚ ਯੰਗਸਟਰ ਨੂੰ ਬੜਾ ਔਖਾ ਹੋਣਾ ਪੈਂਦਾ, ਉਹ ਘਬਰਾਏ ਰਹਿੰਦੇ। ਸ਼ਰਮਾ, ਜਾਂਦੇ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ ਆਪਣੇ ਦਫ਼ਤਰ ਵੱਲੋਂ? ਮੈਂ ਦਊਂਗਾ ਕਿ ਲੋਕਪਾਲ ਬਣਿਆ ਇਸ ਕਰਕੇ ਹੈ ਕਿ ਕਰਪਸ਼ਨ ਖਤਮ ਕੀਤੀ ਜਾਵੇ। ਕਰਪਸ਼ਨ ਖਤਮ ਕਰਨਾ ਇੱਕ ਬੰਦੇ ਦਾ ਕੰਮ ਹੈ ਨਹੀਂ, ਉਹਦੇ ਲਈ ਸਭ ਨੂੰ ਕੋਆਪਰੇਟ ਕਰਨਾ ਚਾਹੀਦਾ। ਜਿੱਥੇ ਤੁਹਾਨੂੰ ਕਰਪਸ਼ਨ ਨਜ਼ਰ ਆਉਂਦੀ ਹੈ, ਓਨੈਸਟਲੀ ਆਉਂਦੀ ਹੈ, ਪਬਲਿਕ ਮੈਨ ਦੇ ਖਿਲਾਫ ਜਿਹੜਾ ਕਿ ਦੱਸਿਆ ਹੈ, ਤੁਸੀਂ ਖੁੱਲ੍ਹ ਕੇ ਆਓ ਤੇ ਇਸ ਆਈਡੀਆ ਨਾਲ ਆਓ ਕਿ ਇਹਨੂੰ ਕਨਕਲੂਜਨ 'ਤੇ ਲੈ ਕੇ ਜਾਣਾ, ਇਹ ਬੰਦੇ ਨੂੰ ਠੀਕ ਕਰਨਾ, ਕਰਪਸ਼ਨ ਖਤਮ ਕਰਨੀ ਹੈ। ਇਹ ਕਰਨੀ ਕਿ ਮੇਰਾ 2 ਕੰਮ ਕਰਾ ਲਵਾਂ ਤੇ ਗੱਲ ਖਤਮ ਹੋ ਜਾਵੇ, ਇਸ ਕੰਮ ਨਾ ਕਰੋ। ਇਹ ਹੈ ਮੇਰੀ ਉਮੀਦ, ਜੇ ਪਰਪਸ ਅਚੀਵ ਕਰਨਾ। ਨਹੀਂ ਤਾਂ ਜਿੱਦਾਂ ਚੱਲਦਾ ਉੱਦਾਂ ਤਾਂ ਚੱਲੀ ਜਾਣਾ। ਸੋ ਤੁਸੀਂ ਸੁਣਿਆ ਜਸਟਿਸ ਵਿਨੋਦ ਸ਼ਰਮਾ ਜਿਹੜੇ ਪੰਜਾਬ ਦੇ ਲੋਕਪਾਲ ਨੇ। ਬੜੀ ਤਸੱਲੀ ਵਾਲੀ ਗੱਲ ਹੈ
ਵੀ ਜਿਹੜੇ ਦਫ਼ਤਰ ਨੂੰ, ਜਿਹੜੇ ਲੋਕਪਾਲ ਨੂੰ ਅਕਸਰ ਕਿਹਾ ਜਾਂਦਾ ਵੀ ਇਹ ਤੇ ਰਬੜ ਦੀ ਮੋਹਰ ਹੈ ਸਰਕਾਰ ਦੀ, ਉਸ ਲੋਕਪਾਲ ਨੇ ਅੱਜ ਇਹ ਗੱਲ ਦੱਸੀ ਹੈ ਵੀ ਇਹ ਰਬੜ ਦੀ ਮੋਹਰ ਨਹੀਂ ਗੀ। 2 ਮੰਤਰੀਆਂ ਤੇ 7 ਵਿਧਾਇਕਾਂ ਨੂੰ ਬਕਾਇਦਾ ਉਹਨਾਂ ਵਿਰੁੱਧ ਕਾਰਵਾਈ ਚੱਲ ਰਹੀ, ਜਿਹੜੀ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਦੀਆਂ, ਉਹ ਨਾਲ ਦੀ ਨਾਲ ਇਹ ਵੀ ਕਿਹਾ ਵੀ ਕੁਝ ਜਿਹੜੇ ਮਹਾਰਥੀ ਸੀ ਉਹਨਾਂ ਨੂੰ ਵਾਰੰਟ ਜਾਰੀ ਕਰਕੇ ਤਲਬ ਵੀ ਕੀਤਾ। ਸੋ ਇਹ ਸੁਖਦ ਖਬਰ ਹੈ ਔਰ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ, ਜਦੋਂ ਅਸੀਂ ਕਹਿੰਦੇ ਆ ਵੀ ਪੰਜਾਬ ਕਰਪਸ਼ਨ ਵਿੱਚ ਧੱਸਿਆ ਤੇ ਉਸ ਕਰਪਸ਼ਨ ਵਿੱਚੋਂ ਬਾਹਰ ਕੱਢਣ ਲਈ, ਜਿਵੇਂ ਸ਼ਰਮਾ ਜੀ ਨੇ ਕਿਹਾ, ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਔਰ ਯੋਗ ਸ਼ਿਕਾਇਤ ਦੇ ਕੇ ਲੋਕਪਾਲ ਨੂੰ ਪੰਜਾਬ ਨੂੰ ਕਰਪਸ਼ਨ ਤੋਂ ਮੁਕਤ ਕਰਾਉਣ ਵਾਲੇ ਪਾਸੇ ਵਧਣਾ ਚਾਹੀਦਾ।